गुरु जी का खालसा वाहिगुरु जी की फतेह। 1984 सिख कतलेआम दा सच। लेखक जरनैल सिंह पत्रकार दिल्ली। आवाज संदीप सिंह खालड़ा। भाग 5वां दंगाई खाकी। सराए रोहिला ਦੇ ਸਿੱਖਾਂ ਵਿੱਚ ਘਬਰਾਹਟ ਫੈਲ ਰਹੀ ਸੀ ਤਾਂ ਗੁਰਦੁਆਰੇ ਦੇ ਗ੍ਰੰਥੀ ਨੇ ਸਾਰੇ ਸਿੱਖਾਂ ਨੂੰ ਦੁਪਹਿਰ ਨੂੰ ਗੁਰਦੁਆਰੇ ਕੋਲ ਇਕੱਠਿਆਂ ਹੋ ਜਾਣ ਲਈ ਕਿਹਾ। ਭੀੜ ਨੇ 7 ਵਾਰੀ ਹਮਲਾ ਕੀਤਾ, ਪਰ ਹਰ ਵਾਰ ਸਿੱਖਾਂ ਨੇ ਅਜਿਹੇ ਹੱਥ ਵਿਖਾਏ ਕਿ ਉਹਨਾਂ ਦੇ ਮਨਸੂਬੇ ਕਾਮਯਾਬ ਨਾ ਹੋ ਸਕੇ। ਹੁਣ ਦੁਪਹਿਰ ਦੇ 3 ਵਜੇ ਦੇ ਕਰੀਬ ਪੁਲਿਸ ਵਾਰਦਾਤ ਦੀ ਥਾਂ ਤੇ ਪਹੁੰਚੀ। ਸਿੱਖਾਂ ਨੂੰ ਲੱਗਾ ਕਿ ਲੰਮੇ ਸਮੇਂ ਤੋਂ ਜੋ ਸੰਘਰਸ਼ ਚੱਲ ਰਿਹਾ ਹੈ ਹੁਣ ਉਹ ਖਤਮ ਹੋਇਆ। ਪੁਲਿਸ ਆ ਗਈ ਹੈ ਤੇ ਹਾਲਾਤ ਸਾਂਭ ਲਵੇਗੀ। ਪੁਲਿਸ ਨੇ ਆਉਂਦਿਆਂ ਹੀ ਸਿੱਖਾਂ ਨੂੰ ਕਿਹਾ ਕਿ ਉਹ ਗੁਰਦੁਆਰੇ ਦੇ ਇੱਕ ਕੋਨੇ ਤੇ ਚਲੇ ਜਾਣ। ਹੁਣ ਪੁਲਿਸ ਗੁਰਦੁਆਰੇ ਦੀ ਸੁਰੱਖਿਆ ਕਰੇਗੀ। ਸਿੱਖ ਪੁਲਿਸ ਤੇ ਭਰੋਸਾ ਕਰਕੇ ਅੰਦਰ ਚਲੇ ਗਏ। ਅੱਖਾਂ ਤਾਂ ਖੁੱਲੀਆਂ ਰਹਿ ਗਈਆਂ ਜਦੋਂ ਦੰਗਿਆਂ ਤੇ ਕਾਬੂ ਪਾਉਣ ਲਈ ਨਾਲ ਆਈ ਰਿਜ਼ਰਵ ਪੁਲਿਸ ਫੋਰਸ ਨੇ ਗੁਰਦੁਆਰੇ ਤੇ ਉਸੇ ਪਾਸੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੱਥੇ ਸਿੱਖਾਂ ਨੂੰ ਇਕੱਠੇ ਕੀਤਾ ਗਿਆ ਸੀ। 5 ਸਿੱਖ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਇਹ ਉਹ ਭੂਮਿਕਾ ਸੀ ਜੋ ਪੁਲਿਸ ਤੇ ਹੋਰ ਸੁਰੱਖਿਆ ਬਲ ਨਿਭਾ ਰਹੇ ਸੀ। ਦੁਨੀਆ ਦੇ ਇਤਿਹਾਸ ਵਿੱਚ ਐਸੀ ਮਿਸਾਲ ਕਿਧਰੇ ਨਹੀਂ ਮਿਲੇਗੀ ਜਦੋਂ ਪੁਲਿਸ ਕਤਲੇਆਮ ਕਰਨ ਵਾਲਿਆਂ ਦੇ ਨਾਲ ਸੀ। ਜਿੱਥੇ ਦੰਗਾਈਆਂ ਨਾਲ ਮੁਕਾਬਲਾ ਹੁੰਦਾ ਉੱਥੇ ਖੁਦ ਅੱਗੇ ਹੋ ਕੇ ਦੰਗਾਈਆਂ ਨਾਲ ਜੂਝ ਰਹੇ ਲੋਕਾਂ ਨੂੰ ਨਿਹੱਥਿਆ ਕਰਦੀ। ਕਿਧਰੇ ਸਿੱਖ ਇਕੱਠਿਆਂ ਹੋ ਕੇ ਮੁਕਾਬਲਾ ਨਾ ਕਰ ਸਕਣ, ਇਸ ਲਈ ਸਾਰਿਆਂ ਨੂੰ ਵੱਖ-ਵੱਖ ਕਰ ਦਿੱਤਾ ਜਾਂਦਾ। ਕਿਹਾ ਜਾਂਦਾ ਕਿ ਪੁਲਿਸ ਉਹਨਾਂ ਦੀ ਸੁਰੱਖਿਆ ਕਰੇਗੀ, ਆਪੋ ਆਪਣੇ ਘਰ ਜਾਓ। ਇਸ ਦੇ ਫੌਰਨ ਬਾਅਦ ਦੰਗਾਈ ਹਮਲਾ ਕਰਦੇ ਤੇ ਬੇਰਹਿਮੀ ਨਾਲ ਸਿੱਖਾਂ ਨੂੰ ਮਾਰ ਦਿੱਤਾ ਜਾਂਦਾ। ਜੇਕਰ ਕਿਧਰੇ ਫਿਰ ਵੀ ਮੁਕਾਬਲਾ ਹੁੰਦਾ ਤਾਂ ਪੁਲਿਸ ਬਚਾਅ ਕਰ ਰਹੇ ਲੋਕਾਂ ਨੂੰ ਖੁਦ ਮਾਰਦੀ। ਪੂਰੀ ਦਿੱਲੀ ਵਿੱਚ 3000 ਲੋਕ ਮਾਰੇ ਗਏ, ਪਰ ਪੁਲਿਸ ਦੰਗਾਈਆਂ ਦੇ ਨਾਲ ਸੀ। ਉਸ ਦਾ ਕੰਮ ਗੁਰਦੁਆਰੇ ਵਿੱਚ ਅੱਗ ਲਾਉਣਾ, ਜਾਨ ਬਚਾਉਣ ਲਈ ਫਰਿਆਦ ਕਰ ਰਹੇ ਸਿੱਖਾਂ ਤੇ ਗੋਲੀ ਚਲਾਉਣਾ, ਨਿਹੱਥਿਆ ਕਰਨਾ ਤੇ ਜਿੱਥੇ ਦੰਗਾਈਆਂ ਕੋਲ ਹਥਿਆਰ ਨਾ ਹੋਣ ਤਾਂ ਉਪਲਬਧ ਕਰਾਉਣਾ ਕਿਹਾ ਗਿਆ ਸੀ, ਰਹਿ ਗਿਆ ਸੀ। ਕਤਲੇਆਮ ਹੋ ਗਿਆ ਤਾਂ FIR ਦਰਜ ਕਰਾਉਣ, ਆਉਣ ਵਾਲਿਆਂ ਨੂੰ ਧਮਕਾਉਣਾ, ਮਾਰਨਾ ਕੁੱਟਣਾ, ਨੇਤਾਵਾਂ ਤੇ ਪੁਲਿਸ ਦਾ ਨਾਮ ਨਾ ਲੈਣ ਦਾ ਦਬਾਅ ਪਾਉਣਾ ਅਤੇ ਇੱਥੋਂ ਤੱਕ ਕਿ ਝੂਠੇ ਮੁਕੱਦਮਿਆਂ ਵਿੱਚ ਫਸਾਉਣ ਦਾ ਕੰਮ ਕੀਤਾ ਜਾਂਦਾ ਰਿਹਾ। ਦਿੱਲੀ ਕੈਂਟ ਇਲਾਕੇ ਵਿੱਚ 340 ਤੋਂ ਵੱਧ ਸਿੱਖ ਮਾਰੇ ਗਏ, ਪਰ ਪੁਲਿਸ ਨੇ ਸਿਰਫ 5 FRI ਦਰਜ ਕੀਤੀਆਂ ਜਿਸ ਵਿੱਚ ਕਿਸੇ ਦੋਸ਼ੀ ਦਾ ਨਾਮ ਨਹੀਂ ਲਿਖਿਆ। FIR ਦੀ ਭਾਸ਼ਾ ਇਹੀ ਸੀ ਕਿ ਦੰਗਾਈਆਂ ਨੇ ਐਨੇ ਸਿੱਖਾਂ ਨੂੰ ਮਾਰ ਦਿੱਤਾ। ਬਸ ਨਾ ਜਾਂਚ ਤੇ ਨਾ ਹੀ ਕਿਸੇ ਆਰੋਪੀ ਦਾ ਨਾਮ। ਐਸੀ FIR ਦੇ ਆਧਾਰ ਤੇ ਕਦੇ ਕੋਈ ਮਾਮਲਾ ਦੁਨੀਆ ਦੀ ਕਿਸੇ ਅਦਾਲਤ ਵਿੱਚ ਠਹਿਰ ਹੀ ਨਹੀਂ ਸਕਦਾ। ਪੀੜਤ ਚੀਖ ਕੇ ਆਰੋਪੀਆਂ ਦਾ ਨਾਂ ਲੈਂਦੇ ਰਹੇ, ਪਰ ਪੁਲਿਸ ਨੇ ਉਹੀ ਕੀਤਾ ਜੋ ਉਸਨੇ ਕਰਨਾ ਸੀ। ਨਾਰਾਇਣਾ ਵਿਹਾਰ ਦੇ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਦੇ ਸਕੱਤਰ ਮਲਕੀਅਤ ਸਿੰਘ ਨੇ ਜਦੋਂ ਗੁਰਦੁਆਰੇ ਤੇ ਹੋਏ ਹਮਲੇ ਨੂੰ ਲੈ ਕੇ ਪੁਲਿਸ ਨਾਲ ਸੰਪਰਕ ਕੀਤਾ ਤਾਂ ਅੱਗੋਂ ਪੁਲਿਸ ਨੇ ਕਿਹਾ, ਠੀਕ ਹੀ ਤਾਂ ਹੋ ਰਿਹਾ ਹੈ, ਇੰਤਜ਼ਾਰ ਕਰੋ, ਤੁਹਾਨੂੰ ਵੀ ਜਲਾਇਆ ਜਾਏਗਾ। ਮਹਾਰਾਣੀ ਬਾਗ ਇਲਾਕੇ ਵਿੱਚ ਰਹਿਣ ਵਾਲੇ ਸੰਤੋਖ ਸਿੰਘ ਨੇ ਨਾਨਾਵਟੀ ਕਮਿਸ਼ਨ ਨੂੰ ਦੱਸਿਆ ਕਿ ਕਿਵੇਂ ਉੱਥੇ SHO ਆਪਣੇ 2 SI ਤੇ ਕਾਂਸਟੇਬਲਾਂ ਨਾਲ ਆਇਆ ਤੇ ਲਾਊਡ ਸਪੀਕਰ ਤੇ ਕਹਿਣ ਲੱਗਾ ਕਿ ਸਿੱਖਾਂ ਦੀ ਹੱਤਿਆ ਕਰ ਦਿਓ ਤੇ ਉਹਨਾਂ ਦੀ ਸੰਪਤੀ ਸਾੜ ਦਿਓ। ਸ਼ਾਇਦ ਪੁਲਿਸ ਵਿੱਚ ਦਾਖਲ ਹੁੰਦਿਆਂ ਇਹਨਾਂ ਨੂੰ ਇਸੇ ਤਰ੍ਹਾਂ ਨਾਲ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਦੀ ਕਸਮ ਖੁਆਈ ਗਈ ਸੀ। ਪੁਲਿਸ ਨੇ ਉੱਥੇ ਗੋਲੀਆਂ ਵੀ ਚਲਾਈਆਂ
ਤਾਂ ਪਾਸੇ ਜਿੱਥੇ ਸਿੱਖ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਨਿਜ਼ਾਮੁਦੀਨ ਦੇ ਨੇੜੇ ਭੋਗਲ ਐਸਾ ਇਲਾਕਾ ਹੈ ਜਿੱਥੇ ਸਿੱਖਾਂ ਨੂੰ ਕਾਫੀ ਤਾਦਾਦ ਹੈ। ਇੱਥੇ ਸਿੱਖਾਂ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਇਹਨਾਂ ਨੂੰ ਤਿੱਤਰ ਬਿੱਤਰ ਕਰ ਦਿੱਤਾ। ਇੱਥੇ ਸਿੱਖਾਂ ਦੇ 66 ਟਰੱਕ, 5 ਬੱਸਾਂ, 7 ਕਾਰਾਂ, 5 ਸਕੂਟਰ, 10 ਮੋਟਰਸਾਈਕਲਾਂ, ਮੈਟਾਡੋਰ ਅਤੇ ਜੀਪਾਂ ਸਾੜੀਆਂ ਗਈਆਂ। ਬਾਅਦ ਵਿੱਚ ਇਹਨਾਂ ਨੂੰ ਕੋਈ ਬੀਮਾ ਰਾਸ਼ੀ ਵੀ ਨਹੀਂ ਮਿਲ ਸਕੀ ਕਿਉਂਕਿ ਸਰਕਾਰ ਨੇ ਸਿੱਖਾਂ ਦੀ ਇਸ ਬੇਨਤੀ ਨੂੰ ਵੀ ਠੁਕਰਾ ਦਿੱਤਾ ਸੀ ਕਿ ਬੀਮਾ ਕੰਪਨੀਆਂ ਦੰਗਿਆਂ ਵਿੱਚ ਹੋਏ ਨੁਕਸਾਨ ਦਾ ਹਰਜਾਨਾ ਦੇਣ। ਦਿੱਲੀ ਦੇ ਵਰਿੰਦਰ ਨਗਰ ਵਿੱਚ ਰਹਿ ਰਹੀ ਗੁਰਦੀਪ ਕੌਰ ਉਸ ਘੜੀ ਨੂੰ ਕੋਸਦੀ ਹੈ ਜਦੋਂ ਉਸ ਦੇ ਪਤੀ ਗੁਰਮੀਤ ਸਿੰਘ ਨੂੰ 17 ਹੋਰ ਨਿਰਦੋਸ਼ ਸਿੱਖਾਂ ਦੇ ਨਾਲ ਟ੍ਰੇਨ ਵਿੱਚੋਂ ਕੱਢ ਕੇ ਮਾਰ ਦਿੱਤਾ ਗਿਆ। ਸਾਂਭ ਕੇ ਰੱਖੀ ਗਈ FIR ਦੱਸਦੀ ਹੈ ਕਿ ਮੁੰਬਈ ਰਾਜਧਾਨੀ ਐਕਸਪ੍ਰੈਸ 1 ਨਵੰਬਰ 1984 ਨੂੰ ਮੁੰਬਈ ਤੋਂ ਚੱਲੀ ਤੇ ਉਸ ਨੂੰ 2 ਨਵੰਬਰ ਨੂੰ ਨਵੀਂ ਦਿੱਲੀ ਪਹੁੰਚਣਾ ਸੀ। ਉਸ ਨੂੰ ਦੰਗਾਈ ਭੀੜ ਨੇ ਜ਼ਬਰਦਸਤੀ ਤੁਗਲਕਾਬਾਦ ਸਟੇਸ਼ਨ ਤੇ ਹੀ ਰੋਕ ਲਿਆ। ਹਿੰਸਕ ਭੀੜ ਨੇ ਯਾਤਰੂਆਂ ਨੂੰ ਖਿੱਚ ਲਿਆ ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਕੁੱਲ ਮਿਲਾ ਕੇ 18 ਯਾਤਰੂਆਂ ਦੀਆਂ ਜਾਨਾਂ ਗਈਆਂ। FIR ਵਿੱਚ ਇਹ ਵੀ ਨਹੀਂ ਲਿਖਿਆ ਗਿਆ ਕਿ ਸਿਰਫ ਸਿੱਖ ਯਾਤਰੂਆਂ ਨੂੰ ਕੱਢ ਕੇ ਮਾਰਿਆ ਅਤੇ ਨਾ ਹੀ ਇਹ ਕਿ ਦੰਗਾਈ ਭੀੜ ਕਿੱਥੋਂ ਆਈ ਸੀ ਤੇ ਇਸ ਦੀ ਅਗਵਾਈ ਕੌਣ ਕਰ ਰਿਹਾ ਸੀ। ਪੁਲਿਸ ਨੇ ਕੀ ਸ਼ੁਰੂਆਤੀ ਜਾਂਚ ਕੀਤੀ। ਇਸ ਮਾਮਲੇ ਵਿੱਚ ਅੱਜ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਪਤੀ ਦੀ ਮੌਤ ਦੀ ਖਬਰ 1 ਹਫ਼ਤੇ ਬਾਅਦ ਦਿੱਤੀ ਤੇ ਜਦੋਂ ਉਹ ਉੱਥੇ ਪਹੁੰਚੀ ਤਾਂ ਉਸ ਨੂੰ ਸਵਾਹ ਤੱਕ ਨਾ ਮਿਲੀ। ਇਹ ਜਾਣਕਾਰੀ ਵੀ ਇਸ ਲਈ ਮਿਲ ਗਈ ਕਿਉਂਕਿ ਉਹ ਰਾਖਵਾਂ ਡੱਬਾ ਸੀ। ਜਦੋਂ ਤੁਗਲਕਾਬਾਦ ਸਟੇਸ਼ਨ ਤੋਂ ਕੁੱਲ 46 ਸਿੱਖ ਯਾਤਰੀਆਂ ਦੇ ਮਾਰੇ ਜਾਣ ਦੀ ਖਬਰ ਆਈ ਤਾਂ ਦੂਰਦਰਸ਼ਨ ਇਸ ਦਾ ਖੰਡਨ ਕਰ ਰਿਹਾ ਸੀ। ਗੁਰਮੀਤ ਸਿੰਘ ਦੇ ਨਾਲ ਉਸ ਦਾ ਇੱਕ ਹਿੰਦੂ ਦੋਸਤ ਦਮਨ ਵੀ ਸੀ ਪਰ ਉਹ ਕਲੀਨ ਸ਼ੇਵ ਹੋਣ ਕਰਕੇ ਨਿਕਲ ਗਿਆ। ਉਹ ਇੰਨੀ ਦਹਿਸ਼ਤ ਵਿੱਚ ਰਿਹਾ ਕਿ ਉਸਨੇ ਉਸ ਤੋਂ ਬਾਅਦ ਕਦੇ ਗੁਰਮੀਤ ਸਿੰਘ ਦੇ ਘਰ ਵੱਲ ਮੂੰਹ ਨਹੀਂ ਕੀਤਾ। ਇੱਥੋਂ ਤੱਕ ਕਿ ਗੁਰਮੀਤ ਕੌਰ ਨੂੰ ਉਸ ਦੇ ਪਤੀ ਦੇ ਕਤਲ ਦੀ ਖਬਰ ਤੱਕ ਨਹੀਂ ਦਿੱਤੀ ਗਈ। ਹੁਣ 25 ਸਾਲਾਂ ਬਾਅਦ ਵੀ ਗੁਰਦੀਪ ਕੌਰ ਨੂੰ ਵਿਧਵਾ ਪੈਨਸ਼ਨ ਲਈ ਧੱਕੇ ਖਾਣੇ ਪੈ ਰਹੇ ਹਨ। ਅਜੇ ਤੱਕ ਪੈਨਸ਼ਨ ਸ਼ੁਰੂ ਨਹੀਂ ਹੋਈ। 3 ਬੱਚਿਆਂ ਦੇ ਨਾਲ 22 ਸਾਲ ਦੀ ਉਮਰ ਵਿੱਚ ਵਿਧਵਾ ਹੋਈ ਗੁਰਦੀਪ ਕੌਰ ਥੋੜਾ ਜਿਹਾ ਕੁਰੇਦਣ ਤੇ ਜ਼ਾਰ-ਜ਼ਾਰ ਰੋਣ ਲੱਗ ਪੈਂਦੀ ਹੈ। ਸ਼ਾਹਦਰਾ ਪੁਲਿਸ ਸਟੇਸ਼ਨ ਦੇ SHO MS ਸਤਰਾ ਨੇ ਜਦੋਂ ਦੰਗਾਈਆਂ ਦੀ ਭੀੜ ਨੂੰ ਬੇਕਾਬੂ ਹੁੰਦਿਆਂ ਵੇਖਿਆ ਤਾਂ ਥੋੜੀ ਸਖਤੀ ਨਾਲ ਪੇਸ਼ ਆਉਣ ਦਾ ਫੈਸਲਾ ਕੀਤਾ। ਉਹ ਇੱਕ ਸਿੱਖ ਪੁਲਿਸ ਅਫਸਰ ਸੀ। ਉਹਨਾਂ ਨੇ ਛੱਜੂਪੁਰ ਵਿੱਚ ਇਕੱਠੀ ਹੋ ਰਹੀ ਭੀੜ ਨੂੰ ਤਿੱਤਰ-ਬਿੱਤਰ ਕਰ ਦਿੱਤਾ। ਬਾਅਦ ਵਿੱਚ ਭੀੜ ਵਧਣ ਲੱਗੀ ਤਾਂ ACP ਤੇ DCP ਨੇ ਉਹਨਾਂ ਨੂੰ ਵਾਪਸ ਥਾਣੇ ਜਾਣ ਨੂੰ ਕਿਹਾ ਕਿਉਂਕਿ ਉਹ ਪੁਲਿਸ ਦੀ ਉਹ ਭੂਮਿਕਾ ਨਿਭਾ ਰਹੇ ਸੀ ਜੋ ਕਿ ਨਿਭਾਉਣੀ ਚਾਹੀਦੀ ਸੀ। ਇੱਥੋਂ ਤੱਕ ਕਿ ਸਤਰਾ ਨੂੰ ਇਹਨਾਂ ਪੁਲਿਸ ਅਧਿਕਾਰੀਆਂ ਨੇ ਭੀੜ ਦੇ ਸਾਹਮਣੇ ਬੇਇੱਜ਼ਤ ਕਰਕੇ ਹਟਾਇਆ। ਇਸ ਤੋਂ ਬਾਅਦ ਹੀ ਭੀੜ ਭੜਕ ਗਈ ਅਤੇ ਤਕਸ਼ੀਲਾ ਪਬਲਿਕ ਸਕੂਲ ਤੇ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਡੇਰੇ ਤੇ ਹਮਲਾ ਕਰ ਦਿੱਤਾ। ਸਤਰਾ ਨੇ ਆਪਣੇ ਹਲਫਨਾਮੇ ਵਿੱਚ ਮੰਨਿਆ ਹੈ ਕਿ ਵਾਰਦਾਤ ਦੀ ਥਾਂ ਤੇ ਪੀੜਤ ਅਮਰਜੀਤ ਕੌਰ ਨੇ ਜਿਨ੍ਹਾਂ 9 ਲੋਕਾਂ ਦੇ ਨਾਮ ਬਿਆਨ ਵਿੱਚ ਦਰਜ ਕਰਾਏ ਸੀ ਉਹਨਾਂ ਦੇ ਖਿਲਾਫ ਚਲਾਨ ਨਹੀਂ ਕੀਤਾ ਗਿਆ। ਇਸ ਤਰ੍ਹਾਂ ਕਿਉਂ ਹੋਇਆ ਉਹ ਦੱਸ ਨਹੀਂ ਸਕੇ। ਪੁਲਿਸ ਦੀ ਭੂਮਿਕਾ ਦਾ ਸੱਚ ਸਮਰਾਟ ਇਨਕਲੇਵ ਦੀ ਇਹ ਘਟਨਾ ਪੂਰੀ ਤਰ੍ਹਾਂ ਨਾਲ ਪਰਦਾਫਾਸ਼ ਕਰਦੀ ਹੈ। 1 ਨਵੰਬਰ ਨੂੰ ਪੁਲਿਸ ਨੂੰ ਸਮਰਾਟ ਇਨਕਲੇਵ ਵਿੱਚ ਸਿੱਖਾਂ ਵੱਲੋਂ
ਦੰਗਾਈ ਭੀੜ ਤੋਂ ਬਚਣ ਲਈ ਗੋਲੇ ਚਲਾਏ ਜਾਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਇਸ ਤੋਂ ਪਹਿਲਾਂ ਦੰਗਾਈ ਉੱਥੇ ਨੰਗਾ ਨਾਚ ਕਰ ਰਹੇ ਸੀ, ਪਰ ਤਾਂ ਪੁਲਿਸ ਨਹੀਂ ਜਾਗੀ। ਪਰ ਜਿਵੇਂ ਹੀ ਇਹ ਖਬਰ ਮਿਲੀ ਤੇ ਇਹ ਉੱਥੇ ਪਹੁੰਚ ਗਈ ਜਿੱਥੇ ਸਿੱਖਾਂ ਨੇ ਇੱਕ ਘਰ ਨੂੰ 1000 ਤੋਂ ਵੱਧ ਦੰਗਾਈਆਂ ਨੇ ਘੇਰਾ ਪਾਇਆ ਹੋਇਆ ਸੀ। ਨਾ ਦੰਗਾਈ ਪੁਲਿਸ ਤੋਂ ਡਰੇ ਤੇ ਨਾ ਹੀ ਪੁਲਿਸ ਨੂੰ ਦੰਗਾਈਆਂ ਤੋਂ ਕੋਈ ਡਰ ਸੀ। ਪੁਲਿਸ ਨੇ ਪਹੁੰਚਦਿਆਂ ਹੀ ਭੀੜ ਤੇ ਨਹੀਂ ਬਲਕਿ ਘਰ ਦੇ ਵੱਲ 303 ਬੰਦੂਕ ਦੇ 52 ਰਾਉਂਡ ਤੇ ਰਿਵਾਲਵਰ ਦੇ 9 ਰਾਉਂਡ ਗੋਲੀਆਂ ਚਲਾਈਆਂ। ਜਦੋਂ ਪੁਲਿਸ ਅੰਦਰ ਦਾਖਲ ਹੋਈ ਤਾਂ 3 ਸਿੱਖਾਂ ਦੇ ਮ੍ਰਿਤਕ ਸਰੀਰ ਮਿਲੇ। 2 ਬੰਦੇ ਸੀ ਤੇ ਇੱਕ ਔਰਤ। ਅਨਾਥ ਹੋ ਚੁੱਕੇ ਬੱਚੇ ਬਰਸਾਤੀ ਵਿੱਚ ਛਿਪੇ ਹੋਏ ਸੀ। ਉਹਨਾਂ ਨੂੰ ਬਾਅਦ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਲਿਜਾਇਆ ਗਿਆ। ਆਖਰ ਪੁਲਿਸ ਨੇ ਇਹਨਾਂ ਨੂੰ ਭੀੜ ਤੋਂ ਬਚਾਉਣ ਦੀ ਬਜਾਏ ਇਹਨਾਂ ਤੇ ਗੋਲੀਆਂ ਚਲਾ ਕੇ ਮਾਰਿਆ ਕਿਉਂ? ਪੁਲਿਸ ਦਾ ਕੰਮ ਦੰਗਾਈਆਂ ਤੋਂ ਬਚਾਉਣਾ ਸੀ ਜਾਂ ਖੁਦ ਦੰਗਾਈ ਬਣ ਕੇ ਇਹਨਾਂ ਲੋਕਾਂ ਦੀ ਜਾਨ ਲੈਣਾ? ਪੁਲਿਸ ਨੇ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਇੱਕ ਵੀ ਗੋਲੀ ਨਹੀਂ ਚਲਾਈ, ਪਰ ਆਪਣਾ ਬਚਾਓ ਕਰ ਰਹੇ ਸਿੱਖਾਂ ਦੇ ਪਰਿਵਾਰਾਂ ਨੂੰ ਖਤਮ ਕਰ ਦਿੱਤਾ। ਕੀ ਇਹੀ ਡਿਊਟੀ ਸੀ ਜੋ ਪੁਲਿਸ ਉਸ ਵਕਤ ਨਿਭਾ ਰਹੀ ਸੀ? ਸੁਲਤਾਨਪੁਰੀ ਦੇ 20 ਬਲਾਕ ਵਿੱਚ ਰਹਿਣ ਵਾਲੀ ਜੋਗਿੰਦਰ ਕੌਰ ਦੱਸਦੀ ਹੈ ਕਿ ਇਸ ਹਿੰਸਾ ਦੌਰਾਨ ਸੱਜਣ ਕੁਮਾਰ ਦੇ ਨਾਲ ਚੱਲ ਰਹੇ SHO ਨੇ ਆਪਣੇ ਰਿਵਾਲਵਰ ਨਾਲ 3 ਸਿੱਖਾਂ ਨੂੰ ਗੋਲੀ ਮਾਰੀ ਸੀ। ਨਾਂਗਲੋਈ ਵਿੱਚ ਜਿੱਥੇ ਪੁਲਿਸ ਦੇ ਨਾਲ ਮਿਲ ਕੇ ਦੰਗਾਈਆਂ ਨੇ ਕਈ ਸਿੱਖਾਂ ਦੇ ਪਰਿਵਾਰ ਖਤਮ ਕਰ ਦਿੱਤੇ, ਉੱਥੇ ਗੁਰਬਚਨ ਸਿੰਘ ਬਚਦੇ ਬਚਾਉਂਦੇ ਥਾਣੇ ਪਹੁੰਚ ਗਏ। ਉਹਨਾਂ ਨੇ ਉੱਥੇ ਸ਼ਿਕਾਇਤ ਦਰਜ ਕਰਨ ਨੂੰ ਕਿਹਾ ਤਾਂ ਗਾਲਾਂ ਕੱਢਦਿਆਂ SHO ਨੇ ਕਿਹਾ, ਇਹ ਸਾਲਾ ਕਿੱਥੋਂ ਬਚ ਗਿਆ? ਗੁਰਚਰਨ ਕੌਰ ਨੇ ਜਦੋਂ ਸ਼ਿਕਾਇਤ ਦਰਜ ਕਰਾਉਣੀ ਚਾਹੀ ਤਾਂ ਉਸ ਨੂੰ ਸਿੱਖ ਕੁੱਤੀ ਕਹਿ ਕੇ ਥਾਣੇ ਤੋਂ ਭਜਾ ਦਿੱਤਾ ਗਿਆ। ਨਾਂਗਲੋਈ ਦੇ ਗੁਰਬਚਨ ਸਿੰਘ ਦਾ ਰੰਗਨਾਥ ਮਿਸ਼ਰਾ ਕਮਿਸ਼ਨ ਨੂੰ ਦਿੱਤਾ ਹਲਫਨਾਮਾ ਦੱਸਦਾ ਹੈ ਕਿ ਉਹ ਕਿਸ ਤਰ੍ਹਾਂ ਸੱਜਣ ਕੁਮਾਰ ਦਾ ਨਾਮ ਲੈਂਦੇ ਰਹੇ, ਪਰ FIR ਵਿੱਚ ਨਾਂ ਦਰਜ ਨਹੀਂ ਕੀਤਾ ਗਿਆ। ਕਤਲੇਆਮ ਦੇ 1 ਮਹੀਨੇ ਬਾਅਦ SHO ਰਾਮਪਾਲ ਰਾਣਾ ਨੇ ਉਹਨਾਂ ਨੂੰ ਤੇ ਉਹਨਾਂ ਦੇ ਭਰਾ ਨੂੰ ਬਾਹਰ ਮਾਰਕੀਟ ਤੋਂ ਚੁਕਵਾ ਕੇ 8 ਘੰਟੇ ਥਾਣੇ ਵਿੱਚ ਬੰਦ ਰੱਖਿਆ ਅਤੇ ਧਮਕਾਇਆ ਕਿ ਜੇਕਰ ਦੋਸ਼ੀਆਂ ਦੇ ਨਾਮ ਲਿਆ ਤਾਂ ਪਿਤਾ ਸਰੂਪ ਸਿੰਘ ਤੇ 2 ਸਾਲਿਆਂ ਅਮਰੀਕ ਸਿੰਘ ਤੇ ਤਰਲੋਚਨ ਸਿੰਘ ਵਾਂਗ ਉਹਨਾਂ ਨੂੰ ਵੀ ਮਾਰ ਦਿੱਤਾ ਜਾਏਗਾ। ਇਹੀ ਨਹੀਂ, ਥਾਣੇ ਵਿੱਚ ਇੱਕ ਨਾਈ ਵੀ ਸੱਦਿਆ ਹੋਇਆ ਸੀ ਤੇ ਗੁਰਬਚਨ ਸਿੰਘ ਦੇ ਭਰਾ ਦੇ ਜ਼ਬਰਦਸਤੀ ਕੇਸ ਕੱਟ ਦਿੱਤੇ ਗਏ। ਕਤਲੇਆਮ ਵਿੱਚ ਕਾਤਲਾਂ ਦਾ ਸਾਥ ਦੇਣ ਵਾਲੀ ਪੁਲਿਸ ਹੁਣ ਕਾਤਲਾਂ ਨੂੰ ਬਚਾਉਣ ਦੇ ਕੰਮ ਵਿੱਚ ਜੁਟੀ ਹੋਈ ਸੀ। ਚਾਣਕਿਆਪੁਰੀ ਦੀ ਪੁਲਿਸ ਨੂੰ ਜਦੋਂ ਇਹ ਪਤਾ ਲੱਗਾ ਕਿ ਅਕਬਰ ਹੋਟਲ ਦੇ ਪਿੱਛੇ ਬਣੇ ਪੁਲ ਦੇ ਹੇਠਾਂ ਜੰਗਲ ਵਿੱਚ ਕੁਝ ਸਿੱਖ ਆਪਣੀ ਜਾਨ ਬਚਾਉਣ ਲਈ ਛਿਪੇ ਹੋਏ ਹਨ ਤਾਂ SHO ਮਹੇਪਾਲ ਸਿੰਘ ਪੁਲਿਸ ਟੁਕੜੀ ਲੈ ਕੇ ਉੱਥੇ ਪਹੁੰਚ ਗਿਆ। ਮਹੇਪਾਲ ਸਿੰਘ ਦੇਰ ਤੱਕ ਉਸ ਪਾਸੇ ਵੱਲ ਗੋਲੀਆਂ ਚਲਾਉਂਦਾ ਰਿਹਾ ਜਿੱਥੇ ਸਿੱਖਾਂ ਦੇ ਛਿਪੇ ਹੋਣ ਦੀ ਜਾਣਕਾਰੀ ਸੀ। ਹੁਣ ACP ਵੀ ਆ ਗਏ ਤੇ ਉਹਨਾਂ ਨੇ ਵੀ 8 ਰਾਉਂਡ ਫਾਇਰ ਕੀਤੇ। ਤਲਾਸ਼ੀ ਲੈਣ ਮਗਰੋਂ ਪਤਾ ਲੱਗਾ ਕਿ ਉੱਥੇ ਸਿੱਖ ਨਹੀਂ ਛਿਪੇ ਹਨ। ਸਵਾਲ ਇਹ ਉੱਠਦਾ ਹੈ ਕਿ ਕੀ ਸਿੱਖ ਹੋਣਾ ਕੋਈ ਗੁਨਾਹ ਹੋ ਚੁੱਕਾ ਸੀ? ਜੇਕਰ ਦੰਗਾਈਆਂ ਤੋਂ ਬਚਣ ਲਈ ਮੁੱਕ ਵੀ ਰਹੇ ਸੀ ਤਾਂ ਪੁਲਿਸ ਨੂੰ ਕਿਉਂ ਇਹ ਆਪਣਾ ਫਰਜ਼ ਮਹਿਸੂਸ ਹੋਇਆ ਕਿ ਇਹ ਬਚਣੇ ਨਹੀਂ ਚਾਹੀਦੇ? ਪੁਲਿਸ ਦਾ ਫਰਜ਼ ਉਹਨਾਂ ਨੂੰ ਬਚਾਉਣ ਦਾ ਸੀ ਜਾਂ ਮਾਰਨ ਦਾ? ਨਾ ਤਾਂ ਇਹਨਾਂ ਸਿੱਖਾਂ ਨੇ ਕਿਸੇ ਦੀ ਹੱਤਿਆ ਕੀਤੀ ਸੀ ਤੇ ਨਾ ਹੀ ਕਿਸੇ ਨੂੰ ਨੁਕਸਾਨ ਪਹੁੰਚਾਇਆ ਸੀ, ਸਿਰਫ ਜਾਨ ਬਚਾਉਣ ਲਈ ਛਿਪ ਰਹੇ ਸੀ। ਬਸ ਇਹੀ ਦੋਸ਼ ਸੀ ਜਿਸ ਕਰਕੇ ਪੁਲਿਸ ਇਹਨਾਂ ਨੂੰ ਗੋਲੀ ਮਾਰ ਕੇ ਖਤਮ ਕਰ ਦੇਣਾ ਚਾਹੁੰਦੀ ਸੀ। ਕਰੋਲ ਬਾਗ ਵਿੱਚ 5 ਨਵੰਬਰ ਨੂੰ ਜੋ ਹੋਇਆ ਉਹ ਪੁਲਿਸ ਦੇ ਦਾਮਨ ਤੇ
ਬੇਹੱਦ ਬਦਨੂਮਾ ਦਾਗ ਹੈ ਅਤੇ ਜ਼ਾਹਰ ਕਰਦਾ ਹੈ ਕਿ ਉਸ ਵਕਤ ਕਿਸ ਤਰ੍ਹਾਂ ਨਾਲ ਸਿੱਖ ਪੁਲਿਸ ਅਫਸਰਾਂ ਨਾਲ ਸਲੂਕ ਕੀਤਾ ਜਾ ਰਿਹਾ ਸੀ। ਇੱਥੇ SHO ਨੇ ਲੁੱਟੀ ਹੋਈ ਸੰਪਤੀ ਨੂੰ ਬਰਾਮਦ ਕਰਨ ਤੇ ਦੰਗਾਈਆਂ ਨੂੰ ਗ੍ਰਿਫਤਾਰ ਕਰਨ ਦੀ ਵਿਆਪਕ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ 20 ਲੱਖ ਰੁਪਏ ਦੀ ਸੰਪਤੀ ਬਰਾਮਦ ਕਰ ਲਈ ਤੇ 24 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਅਫਸਰ ਦੀ ਇੰਨੀ ਜੁਰਤ ਬਸ ਕਾਂਗਰਸ ਦੇ ਸਾਂਸਦ ਧਰਮਦਾਸ ਸ਼ਾਸਤਰੀ, ML ਬਕੋਲੀਆ ਤੇ ਹੋਰ ਕੌਂਸਲਰਾਂ ਨੂੰ ਨਾਲ ਲੈ ਕੇ ਥਾਣੇ ਪਹੁੰਚ ਗਏ। ਸ਼ਾਸਤਰੀ ਨੇ ਆਉਂਦਿਆਂ ਹੀ ਪੁਲਿਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕਿਹਾ ਕਿ ਜਿਨ੍ਹਾਂ ਨੂੰ ਫੜਿਆ ਹੈ ਉਹ ਅਪਰਾਧੀ ਨਹੀਂ ਹਨ। ਧਮਕਾਇਆ ਕਿ ਜੇਕਰ ਇਹਨਾਂ ਨੂੰ ਰਿਹਾ ਨਾ ਕੀਤਾ ਤਾਂ ਭੈੜੇ ਨਤੀਜੇ ਲਈ ਤਿਆਰ ਰਹਿਣ। ਉਸ ਵਕਤ ACP HC ਜਾਟਵ ਤੇ DCP ਅਮੋਦ ਕੰਠ ਵੀ ਉੱਥੇ ਮੌਜੂਦ ਸੀ। ਇਹੀ ਅਮੋਦ ਕੰਠ ਬਾਅਦ ਵਿੱਚ ਕਾਂਗਰਸ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਵੀ ਲੜੇ। ਦੰਗਾਈਆਂ ਤੇ ਉਹਨਾਂ ਦੇ ਸਰਪ੍ਰਸਤਾਂ ਦੇ ਹੌਸਲੇ ਇੰਨੇ ਬੁਲੰਦ ਸੀ ਕਿ ਬਕੋਲੀਆ ਨੇ ਉੱਥੇ ਥਾਣੇ ਵਿੱਚ ਹੀ ਥਾਣੇਦਾਰ ਨੂੰ ਕੁੱਟਣਾ ਚਾਹਿਆ। HC ਜਾਟਵ ਨੇ ਥਾਣੇਦਾਰ ਨੂੰ ਕਿਹਾ ਕਿ ਰਾਜਨੀਤਿਕ ਲੋਕਾਂ ਨਾਲ ਗੱਲ ਕਰਨ ਦਾ ਇਹ ਤਰੀਕਾ ਗਲਤ ਹੈ। ਜਾਟਵ ਇੱਕ ਅਜਿਹੇ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਦੀ ਤਮਾਮ ਹਲਫਨਾਮਿਆਂ ਵਿੱਚ ਇੱਕ ਅਜਿਹੇ ਪੁਲਿਸ ਅਫਸਰ ਦੀ ਛਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਜੋ ਪੂਰੇ ਦਿਲ ਨਾਲ ਦੰਗਾਈਆਂ ਨੂੰ ਬਚਾਉਣ ਵਿੱਚ ਜੁਟੇ ਹੋਏ ਸੀ। ਜੇਕਰ ਇੰਦਰਾ ਮਾਰਕੀਟ ਵਿੱਚ ਪੁਲਿਸ ਨੇ 6 ਦੰਗਾਈਆਂ ਨੂੰ ਫੜ ਵੀ ਲਿਆ ਸੀ ਤਾਂ ਇਹ ਉੱਥੇ ਵੀ ਉਹਨਾਂ ਨੂੰ ਛਡਾਉਣ ਪਹੁੰਚ ਗਏ। ਰਣਬੀਰ ਸਿੰਘ ਨੇ ਕਰੋਲ ਬਾਗ ਦੀ ਇਸ ਘਟਨਾ ਦਾ ਹਵਾਲਾ ਦਿੱਤਾ ਹੈ। ਪਟੇਲ ਨਗਰ ਦੇ ਬੰਗਲਾ ਨੰਬਰ 9 ਵਿੱਚ ਰਹਿਣ ਵਾਲੇ 에ਅਰ ਫੋਰਸ ਦੇ ਗਰੁੱਪ ਕੈਪਟਨ ਮਨਮੋਹਨ ਸਿੰਘ ਨੂੰ ਉਹ ਨਜ਼ਾਰਾ ਨਹੀਂ ਭੁੱਲਦਾ ਜਦੋਂ ਉਸ ਦੇ ਘਰ ਤੇ ਦੰਗਾਈਆਂ ਦੀ ਭੀੜ ਨੇ ਹਮਲਾ ਕਰ ਦਿੱਤਾ ਸੀ। ਸਵੇਰੇ 9:30 ਵਜੇ ਭੀੜ ਆਈ ਅਤੇ ਉਹਨਾਂ ਦਾ ਮਕਾਨ ਤੇ ਦੁਕਾਨ ਨੂੰ ਸਾੜਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਗੁਆਂਢੀ ਵਿਚਕਾਰ ਪੈ ਗਏ। ਭੀੜ ਘੱਟ ਸੀ ਇਸ ਲਈ ਵਾਪਸ ਚਲੀ ਗਈ, ਪਰ ਫਿਰ 11:30 ਵਜੇ ਪਰਤ ਆਈ ਤੇ ਘਰ ਦੇ ਨਾਲ ਉਹਨਾਂ ਦੀ ਫਰਨੀਚਰ ਦੀ ਦੁਕਾਨ ਤੇ ਅੱਗ ਲਾ ਦਿੱਤੀ। ਹੁਣ ਭੀੜ ਨੇ ਘਰ ਤੇ ਹਮਲਾ ਕੀਤਾ ਤਾਂ ਗੁਆਂਢੀਆਂ ਨੇ ਫਿਰ ਸਾਥ ਦਿੱਤਾ ਤੇ ਉਹਨਾਂ ਦੇ ਸਮਝਾਉਣ ਤੇ ਦੰਗਾਈ ਵਾਪਸ ਚਲੇ ਗਏ। ਪਰਿਵਾਰ ਦੇ ਜੀ ਹੁਣ ਪਿਛਲੇ ਪਾਸੇ ਵੱਲ ਚਲੇ ਗਏ ਤੇ ਸੋਚਿਆ ਕਿ ਭੀੜ ਹੁਣ ਦੁਕਾਨ ਲੁੱਟ ਕੇ ਚਲੀ ਗਈ ਹੈ, ਪਰ 4:15 ਵਜੇ ਦੇ ਕਰੀਬ ਭੀੜ ਨੇ ਮਕਾਨ ਦੇ ਪਿੱਛੇ ਬਰਾਮਦੇ ਦੇ ਦਰਵਾਜ਼ੇ ਨੂੰ ਭੰਨ ਕੇ ਹੱਲਾ ਬੋਲ ਦਿੱਤਾ। ਇੱਕ ਦੰਗਾਈ ਨੇ ਜਦੋਂ ਮਨਮੋਹਨ ਸਿੰਘ ਉੱਤੇ ਲੋਹੇ ਦੀ ਰਾੜ ਨਾਲ ਵਾਰ ਕੀਤਾ ਤਾਂ ਉਹਨਾਂ ਨੂੰ ਲੱਗਿਆ ਕਿ ਹੁਣ ਬਚਣਾ ਮੁਸ਼ਕਲ ਹੈ। ਹੁਣ ਤੱਕ ਸੰਜਮ ਰੱਖ ਰਹੇ ਮਨਮੋਹਨ ਸਿੰਘ ਨੇ ਆਪਣਾ ਲਾਇਸੈਂਸੀ ਰਿਵਾਲਵਰ ਕੱਢ ਲਿਆ। ਵੈਸੇ ਵੀ ਭਾਰਤੀ ਵਾਯੂ ਸੈਨਾ ਵਿੱਚ ਰਹਿੰਦਿਆਂ ਦੁਸ਼ਮਣ ਨਾਲ ਲੜਨ ਦੇ ਗੁਰ ਸਿੱਖ ਹੀ ਚੁੱਕੇ ਸੀ। ਉਹਨਾਂ ਨੇ ਭੀੜ ਦੇ ਵੱਲ ਗੋਲੀ ਚਲਾ ਦਿੱਤੀ। ਜਵਾਬ ਵਿੱਚ ਭੀੜ ਨੇ ਘਰ ਦੇ ਵੱਲ ਅੱਗ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਬਰਸਾਤੀ ਵਿੱਚ ਅੱਗ ਲੱਗ ਚੁੱਕੀ ਸੀ। ਦੰਗਾਈ ਵਾਰ-ਵਾਰ ਹਮਲਾ ਕਰ ਰਹੇ ਸੀ। ਹੁਣ ਉਹਨਾਂ ਨੇ ਵੀ ਭੀੜ ਨੂੰ ਰੋਕਣ ਲਈ ਫਾਇਰ ਕਰਨਾ ਜਾਰੀ ਰੱਖਿਆ। ਤਕਰੀਬਨ 8:30 ਵਜੇ ਪੁਲਿਸ ਆਈ ਤੇ ਹਥਿਆਰ ਸੁੱਟਣ ਨੂੰ ਕਿਹਾ। ਇਸ ਵਕਤ ACP ਅਮੋਦ ਕੰਠ ਵੀ ਇੱਥੇ ਪਹੁੰਚ ਗਏ ਤੇ ਉਹਨਾਂ ਨੂੰ ਹਥਿਆਰ ਸੁੱਟਣ ਲਈ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਉਹ ਫੌਜ ਦੇ ਸਾਹਮਣੇ ਹੀ ਹਥਿਆਰ ਸੁੱਟਣਗੇ। ਫਿਰ ਪੁਲਿਸ ਅਫਸਰ ਤੇ ਫੌਜ ਦਾ ਇੱਕ ਮੇਜਰ ਉੱਥੇ ਆਇਆ ਤਾਂ ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ। ਆਤਮ ਰੱਖਿਆ ਲਈ ਚਲਾਈਆਂ ਗੋਲੀਆਂ ਨਾਲ 5 ਦੰਗਾਈਆਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੰਗਾਈਆਂ ਦੇ ਖਿਲਾਫ ਕੁਝ ਨਹੀਂ ਕੀਤਾ, ਸਗੋਂ ਉਹਨਾਂ ਦੇ ਖਿਲਾਫ ਹੱਤਿਆ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ। ਅਮੋਦ ਕੰਠ ਨੂੰ
ਇਸੇ ਭੂਮਿਕਾ ਲਈ ਰਾਸ਼ਟਰਪਤੀ ਮੈਡਲ ਦੇ ਨਾਲ ਨਿਵਾਜਿਆ ਗਿਆ ਤੇ ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਦੀ ਟਿਕਟ ਵੀ ਦਿੱਤੀ ਗਈ। ਪੁਲਿਸ ਦੀ ਇਸ ਭੂਮਿਕਾ ਦੀ ਪੜਤਾਲ ਕਰਨ ਤੋਂ ਬਾਅਦ ਸਾਬਕਾ IAS ਅਧਿਕਾਰੀ ਕੁਸਮ ਲੱਤਾ ਮਿੱਤਲ ਕਮੇਟੀ ਨੂੰ ਕਹਿਣਾ ਪਿਆ ਕਿ ਉਸ ਨੇ ਜੋ ਕੀਤਾ ਉਹ ਸ਼ਰਮਨਾਕ ਹੈ। ਕਮੇਟੀ ਨੇ ਉਸ SHO ਸੂਰਵੀਰ ਸਿੰਘ ਤਿਆਗੀ ਨੂੰ ਪੁਲਿਸ ਦੇ ਨਾਂ ਤੇ ਜੀਵਤ ਸ਼ਰਮ ਕਰਾਰ ਦਿੱਤਾ, ਜਿਸ ਨੇ ਤਰਲੋਕਪੁਰੀ ਵਿੱਚ 500 ਸਿੱਖਾਂ ਦੀ ਹੱਤਿਆ ਕਰਵਾਈ। ਉਸ ਨੇ ਮੁਕਾਬਲਾ ਕਰ ਰਹੇ ਸਿੱਖਾਂ ਨੂੰ ਪੁਲਿਸੀਏ ਦਬਾਅ ਵਿੱਚ ਵੱਖ-ਵੱਖ ਕਰਵਾ ਕੇ ਦੰਗਾਈਆਂ ਤੋਂ ਹਮਲਾ ਕਰਵਾ ਦਿੱਤਾ। ਤਿਆਗੀ ਨੇ ਸਾਰੇ ਗਵਾਹਾਂ ਨੂੰ ਇੰਨਾ ਡਰਾ ਧਮਕਾ ਦਿੱਤਾ ਕਿ ਉਹ ਅੱਗੇ ਆਉਣ ਦੀ ਹਿੰਮਤ ਹੀ ਨਹੀਂ ਜੁਟਾ ਸਕੇ। ਮਿੱਤਲ ਕਮੇਟੀ ਨੇ ਲਿਖਿਆ ਹੈ ਕਿ ਉਸ ਨੇ ਦਬਾਅ ਪਾ ਕੇ ਆਪਣੇ ਹੱਕ ਵਿੱਚ ਹਲਫਨਾਮੇ ਲਿਖਾ ਲਏ ਹਨ ਅਤੇ ਲੱਗਦਾ ਨਹੀਂ ਕਿ ਕੋਈ ਉਸ ਦੇ ਖਿਲਾਫ ਗਵਾਹੀ ਦੇਣ ਦੀ ਹਿੰਮਤ ਕਰ ਸਕੇਗਾ। ਸਜ਼ਾ ਹੋਣ ਦੀ ਬਜਾਏ ਉਹ ACP ਬਣਾ ਦਿੱਤਾ ਗਿਆ। ਇਹ ਉਹੀ ਤਿਆਗੀ ਸੀ ਜਿਸ ਦੇ ਬਾਰੇ ਵਿੱਚ ਕਲਿਆਣਪੁਰੀ ਦੇ ਸੰਤਾ ਸਿੰਘ ਨੇ ਦੱਸਿਆ ਸੀ ਕਿ ਜਦੋਂ ਉਹ ਆਪਣਾ ਲਾਇਸੈਂਸੀ ਰਿਵਾਲਵਰ ਪੁਲਿਸ ਨੂੰ ਨਹੀਂ ਦੇਣਾ ਚਾਹੁੰਦਾ ਸੀ ਤਾਂ ਤਿਆਗੀ ਨੇ ਆਪਣਾ ਰਿਵਾਲਵਰ ਉਸ ਤੇ ਤਾਣ ਦਿੱਤਾ ਸੀ। ਪੁਲਿਸ ਨੇ ਸੰਤਾ ਸਿੰਘ ਤੇ ਉਸ ਦੇ ਪੁੱਤਰ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਤੇ ਇਸੇ ਦੌਰਾਨ ਭੀੜ ਨੇ ਆਰਾਮ ਨਾਲ ਇਹਨਾਂ ਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਤਰਲੋਕਪੁਰੀ ਵਿੱਚ ਜਿੱਥੇ 500 ਸਿੱਖ ਮਾਰ ਦਿੱਤੇ ਗਏ, ਇੱਕ ਵੀ ਦੰਗਾਈ ਗ੍ਰਿਫਤਾਰ ਨਹੀਂ ਹੋਇਆ, ਪਰ ਨਾਲ ਵਾਲੇ ਬਲਾਕ 11 ਵਿੱਚ ਉਹਨਾਂ 25 ਸਿੱਖਾਂ ਨੂੰ ਫੜ ਕੇ ਬੰਦ ਕਰ ਦਿੱਤਾ ਗਿਆ ਜਿਨ੍ਹਾਂ ਕੋਲ ਆਪਣੀ ਰੱਖਿਆ ਲਈ ਹਥਿਆਰ ਸਨ। DCP ਸੇਵਾ ਦਾਸ ਜੋ ਤਿਆਗੀ ਦਾ ਬੌਸ ਸੀ, ਉਸ ਬਾਰੇ ਕਮੇਟੀ ਨੇ ਲਿਖਿਆ ਹੈ ਕਿ ਉਹ ਪੁਲਿਸ ਦੇ ਚਿਹਰੇ ਤੇ ਬਦਨੁਮਾ ਦਾਗ ਹੈ। ਉਸ ਨੇ ਦੰਗਿਆਂ ਨੂੰ ਰੋਕਣ ਦੀ ਬਜਾਏ ਦੰਗਾਈਆਂ ਨੂੰ ਖੁੱਲ੍ਹਾ ਹੱਥ ਦੇਣ ਲਈ ਸਿੱਖ ਪੁਲਿਸ ਅਫਸਰਾਂ ਨੂੰ ਡਿਊਟੀ ਤੋਂ ਹਟਾਉਣ ਦਾ ਕੰਮ ਕੀਤਾ। ਇਸ ਨੇ ਆਪਣੇ ਹੇਠਾਂ ਆਉਂਦੇ ਅਧਿਕਾਰੀਆਂ ਨੂੰ ਸਾਫ਼ ਕਿਹਾ ਸੀ ਕਿ ਮਾਮਲਾ ਦਰਜ ਕਰਨ ਦੀ ਕੋਈ ਲੋੜ ਹੀ ਨਹੀਂ ਹੈ, ਪਰ ਪੁਲਿਸ ਦੇ ਇਸ ਬਦਨੁਮਾ ਦਾਗ ਦੇ ਖਿਲਾਫ ਕੋਈ ਕਾਰਵਾਈ ਹੋਣ ਦੀ ਬਜਾਏ ਉਸ ਨੂੰ ਦਿੱਲੀ ਪੁਲਿਸ ਵਿੱਚ ਸਪੈਸ਼ਲ ਕਮਿਸ਼ਨਰ ਬਣਾ ਦਿੱਤਾ ਗਿਆ। ਆਪਣੇ ਹੇਠਾਂ ਆਉਂਦੇ ਅਫਸਰਾਂ ਵੱਲੋਂ ਉਹਨਾਂ ਨੂੰ ਕੁਝ ਨਾ ਦੱਸੇ ਜਾਣ ਦੀ ਸ਼ਰਮਨਾਕ ਦਲੀਲ ਦੇਣ ਵਾਲੇ ਪੁਲਿਸ ਕਮਿਸ਼ਨਰ ਸੁਭਾਸ਼ ਟੰਡਨ ਨੇ ਕਤਲੇਆਮ ਦੇ ਵਕਤ ਆਪਣੀ ਲਾਗ ਬੁੱਕ ਮਿੱਤਲ ਕਮੇਟੀ ਨੂੰ ਦੇਣ ਤੋਂ ਹੀ ਮਨਾ ਕਰ ਦਿੱਤਾ। ਪਟੇਲ ਨਗਰ ਦੇ SHO ਅਮਰੀਕ ਸਿੰਘ ਭੁੱਲਰ ਨੂੰ ਕਿਹਾ ਗਿਆ ਕਿ 115 ਇੱਟਾਂ ਦੀ ਇੱਕ ਹੀ FIR ਬਣਾਉਣ ਜਿਸ ਵਿੱਚ ਕਿਸੇ ਦੋਸ਼ੀ ਦਾ ਨਾਮ ਨਾ ਹੋਵੇ। ਸਰਕਾਰਾਂ ਕਿਸ ਤਰ੍ਹਾਂ ਕੰਮ ਕਰ ਰਹੀਆਂ ਸਨ, ਇਸ ਦਾ ਅੰਦਾਜ਼ਾ ਪੁਲਿਸ ਦੀ ਹੀ ਭੂਮਿਕਾ ਨੂੰ ਲੈ ਕੇ ਦਿੱਲੀ ਦੇ ਹੀ ਵੱਡੇ ਪੁਲਿਸ ਅਧਿਕਾਰੀ ਨਿਵੇਦ ਮਾਰਵਾ ਦੀ ਜਾਂਚ ਦਾ ਹੋਇਆ ਹਾਲ ਦੱਸ ਦਿੰਦਾ ਹੈ। ਇਹ ਇੱਕ ਐਸੇ ਪੁਲਿਸ ਅਧਿਕਾਰੀ ਸੀ ਜਿਨ੍ਹਾਂ ਨੇ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਇਹ ਜਾਂਚ ਸ਼ੁਰੂ ਕਰਦਿਆਂ ਹੀ ਸਾਰੇ ਥਾਣਿਆਂ ਦੇ ਦੰਗਿਆਂ ਦੇ ਵਕਤ ਦੇ ਰਿਕਾਰਡ ਜ਼ਬਤ ਕਰਨੇ ਸ਼ੁਰੂ ਕਰ ਦਿੱਤੇ ਸੀ। ਘਬਰਾਹਟ ਫੈਲਣ ਲੱਗੀ। ਦੋਸ਼ੀ ਪੁਲਿਸ ਅਧਿਕਾਰੀਆਂ ਨੇ ਸਰਕਾਰ ਦੇ ਦੁਆਰ ਤੇ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ ਸੀ। ਇਹ ਰਿਕਾਰਡ ਦੱਸਦੇ ਹਨ ਕਿ ਦੰਗਿਆਂ ਦੇ ਵਕਤ ਪੁਲਿਸ ਅਧਿਕਾਰੀ ਥਾਣਿਆਂ ਤੋਂ ਗਾਇਬ ਹੋ ਗਏ ਸਨ। ਸ਼ਿਕਾਇਤਾਂ ਆ ਰਹੀਆਂ ਸਨ ਪਰ ਉਹਨਾਂ ਨੂੰ ਦਰਜ ਕਰਕੇ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਵੇਦ ਮਾਰਵਾ ਦੱਸਦੇ ਹਨ ਕਿ ਜਿਹੜੇ ਪੁਲਿਸ ਅਫਸਰਾਂ ਦਾ ਨਾਮ ਇਹਨਾਂ ਦੰਗਿਆਂ ਵਿੱਚ ਮੁੱਖ ਤੌਰ ਤੇ ਆ ਰਿਹਾ ਸੀ, ਉਹਨਾਂ ਨੇ ਜਾਂਚ ਰਖਵਾਉਣ ਲਈ ਹਾਈ ਕੋਰਟ ਵਿੱਚ ਯਾਚਕਾ ਦਾਇਰ ਕਰ ਦਿੱਤੀ, ਪਰ ਹਾਈ ਕੋਰਟ ਨੇ
ਜਾਂਚ ਰੋਕਣ ਤੋਂ ਮਨਾ ਕਰ ਦਿੱਤਾ। ਉਹ ਆਪਣੀ ਜਾਂਚ ਪੂਰੀ ਕਰ ਚੁੱਕੇ ਸੀ ਅਤੇ ਸਿਰਫ ਲਿਖਤ ਵਿੱਚ ਹੀ ਲਿਆਉਣਾ ਬਾਕੀ ਰਹਿ ਗਿਆ ਸੀ ਕਿ ਉਹਨਾਂ ਨੂੰ ਜਾਂਚ ਬੰਦ ਕਰਨ ਦੇ ਹੁਕਮ ਮਿਲ ਗਏ। ਕਿਸ ਨੇ ਦਿੱਤੇ ਇਹ ਹੁਕਮ? ਇਹ ਹੁਕਮ ਪੁਲਿਸ ਕਮਿਸ਼ਨਰ ਨੇ ਦਿੱਤੇ ਸੀ, ਜੋ ਕਿ ਜ਼ਾਹਰ ਹੈ ਕਿ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੇ ਦਿੱਤੇ ਗਏ ਸੀ। ਵੇਦ ਮਾਰਵਾਲ ਨੂੰ ਪੁਲਿਸ ਦੀ ਭੂਮਿਕਾ ਦੀ ਜਾਂਚ ਨੂੰ ਸਹੀ ਦਿਸ਼ਾ ਵਿੱਚ ਲਿਜਾਉਣ ਦਾ ਇਹ ਇਨਾਮ ਮਿਲਿਆ ਕਿ ਉਹਨਾਂ ਦੇ ਖਿਲਾਫ ਦੇਸ਼ ਭਰ ਵਿੱਚ ਫਰਜ਼ੀ ਮੁਕੱਦਮੇ ਦਰਜ ਕਰਾ ਦਿੱਤੇ ਗਏ। ਬਾਅਦ ਵਿੱਚ ਉਹ ਮਣੀਪੁਰ ਦੇ ਝਾਰਖੰਡ ਦੇ ਰਾਜਪਾਲ ਵੀ ਬਣੇ, ਪਰ ਅੱਜ ਵੀ ਕਦੇ-ਕਦੇ ਉਹਨਾਂ ਨੂੰ ਫਰਜ਼ੀ ਮਾਮਲਿਆਂ ਦੇ ਸੰਮਣ ਆ ਹੀ ਜਾਂਦੇ ਹਨ। ਜਦੋਂ ਉਹ ਪੁਲਿਸ ਕਮਿਸ਼ਨਰ ਸਨ ਤਾਂ ਕਿਸੇ ਤਰ੍ਹਾਂ ਦਾ ਇੱਕ ਆਰਡਰ ਜਾਰੀ ਹੋ ਗਿਆ ਕਿ ਦਿੱਲੀ ਵਿੱਚ ਸਿੱਖ ਅਫਸਰਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਨਾ ਦਿੱਤੀਆਂ ਜਾਣ, ਜਿਸ ਨੂੰ ਉਹਨਾਂ ਨੇ ਖਾਰਜ ਕਰ ਦਿੱਤਾ ਸੀ। ਵੇਦ ਮਾਰਵਾ ਨੂੰ ਕੋਈ ਸ਼ੱਕ ਨਹੀਂ ਹੈ ਕਿ ਦੇਸ਼ ਦੀ ਰਾਜਧਾਨੀ ਵਿੱਚ ਇੰਨੇ ਵੱਡੇ ਪੈਮਾਨੇ ਤੇ ਦੰਗਾ ਹੋ ਹੀ ਨਹੀਂ ਸਕਦਾ ਸੀ। ਜੇਕਰ ਉਸ ਨੇ ਜਰਾ ਜਿਹੀ ਵੀ ਤਾਕਤ ਦੀ ਵਰਤੋਂ ਕੀਤੀ ਹੁੰਦੀ ਤਾਂ ਦੰਗਾਈ ਆਸਾਨੀ ਨਾਲ ਤਿੱਤਰ ਬਿੱਤਰ ਹੋ ਜਾਂਦੇ। ਸ਼ਾਇਦ ਇਹੀ ਤਾਂ ਪੁਲਿਸ ਨੇ ਉਹਨਾਂ ਦੇ ਰਾਜਨੀਤਿਕ ਆਕਾ ਨਹੀਂ ਚਾਹੁੰਦੇ ਸਨ। ਜੇਕਰ ਸਿੱਖ ਪੁਲਿਸ ਅਫਸਰਾਂ ਨੇ ਕੁਝ ਕਾਰਵਾਈ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਰੋਕ ਦਿੱਤਾ ਗਿਆ। ਵੇਦ ਮਾਰਵਾ ਜਦੋਂ ਦਿੱਲੀ ਦੇ ਪੁਲਿਸ ਕਮਿਸ਼ਨਰ ਬਣੇ ਤਾਂ ਉਹਨਾਂ ਨੇ ਉਸ ਆਰਡਰ ਨੂੰ ਵਾਪਸ ਕਰਵਾਇਆ, ਜਿਸ ਵਿੱਚ ਸਿੱਖ ਪੁਲਿਸ ਅਫਸਰਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਨਾ ਸੌਂਪਣ ਨੂੰ ਕਿਹਾ ਗਿਆ ਸੀ। ਦੀ ਰਹੀ ਫੌਜ। ਭਾਰਤੀ ਫੌਜ ਦੀ ਮਰਾਠਾ ਇਨਫੈਂਟਰੀ ਦੇ ਕੈਪਟਨ ਬੇਰੇਥ ਨੂੰ ਕਾਨਪੁਰ ਦੇ ਜ਼ਿਲ੍ਹਾ ਅਧਿਕਾਰੀ DM ਬਿਰਜੇਂਦਰ ਯਾਦਵ ਦੇ ਲਫ਼ਜ਼ਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਦੰਗਾਈ ਸਿੱਖਾਂ ਦਾ ਘਰ ਸਾੜਨ ਜਾ ਰਹੇ ਸੀ, ਪਰ ਯਾਦਵ ਨੇ ਫੋਰਸ ਦੀ ਵਰਤੋਂ ਕਰਨ ਤੋਂ ਮਨਾ ਕਰ ਦਿੱਤਾ। ਜਦੋਂ ਕੁਝ ਵਿਰੋਧ ਕੀਤਾ ਤਾਂ ਕਿਹਾ, ਇੱਥੋਂ ਫੌਜ ਲੈ ਕੇ ਜਿੱਥੇ ਮਰਜ਼ੀ ਚਲੇ ਜਾਓ, ਅਸੀਂ ਖੁਦ ਨਿਪਟ ਲਵਾਂਗੇ। ਫਿਰ ਉਹੀ ਹੋਇਆ ਜੋ ਹੋਣਾ ਸੀ। ਸਿੱਖਾਂ ਨੇ ਭੀੜ ਨੇ ਦੋ ਸਿੱਖ ਪਰਿਵਾਰਾਂ ਨੂੰ ਔਰਤਾਂ ਤੇ ਬੱਚਿਆਂ ਸਮੇਤ ਜਿੰਦਾ ਸਾੜ ਦਿੱਤਾ। ਤਕਰੀਬਨ 25 ਸਿੱਖਾਂ ਦੀ ਮੌਤ ਹੋ ਗਈ। ਇਹ ਦਰਦਨਾਕ ਘਟਨਾ ਉਸ ਕਾਨਪੁਰ ਸ਼ਹਿਰ ਦੀ ਹੈ ਜਿੱਥੇ ਕਤਲੇਆਮ ਦੇ ਸਭ ਤੋਂ ਵੱਡੇ ਦੋਸ਼ੀ ਦੇ ਤੌਰ ਤੇ ਉੱਭਰ ਕੇ ਆਏ ਜ਼ਿਲ੍ਹਾ ਅਧਿਕਾਰੀ ਬਿਰਜੇਂਦਰ ਦੇ ਖਿਲਾਫ ਰੰਗਨਾਥ ਮਿਸ਼ਰਾ ਕਮਿਸ਼ਨ ਨੇ ਰਿਟਾਇਰਡ ਜੱਜ ਤੋਂ ਜਾਂਚ ਕਰਾਉਣ ਤੱਕ ਦੀ ਸਿਫਾਰਿਸ਼ ਕੀਤੀ, ਪਰ ਇਹ ਸਿਫਾਰਿਸ਼ ਕੂੜੇ ਦੇ ਡੱਬੇ ਵਿੱਚ ਗਈ ਤੇ ਬਿਰਜੇਂਦਰ ਨੂੰ ਤਰੱਕੀ ਮਿਲਦੀ ਚਲੀ ਗਈ। ਕੈਪਟਨ ਬੇਰੇਥ ਨੇ ਜੋ ਅੱਖੀਂ ਵੇਖਿਆ ਹਾਲ ਰੰਗਨਾਥ ਮਿਸ਼ਰਾ ਕਮਿਸ਼ਨ ਨੂੰ ਦੱਸਿਆ, ਉਸ ਵਿੱਚ ਕਿਹਾ ਹੈ ਕਿ ਉਹ 1 ਨਵੰਬਰ 1984 ਦਾ ਦਿਨ ਤੇ ਤਕਰੀਬਨ 10:30 ਵਜੇ ਦਾ ਵਕਤ ਰਿਹਾ ਹੋਵੇਗਾ। ਮੇਰੇ ਐਡਜੂਟੈਂਟ ਅਧਿਕਾਰੀ ਨੇ ਮੈਨੂੰ ਕੋਤਵਾਲੀ ਪੁਲਿਸ ਸਟੇਸ਼ਨ ਜਾਣ ਨੂੰ ਕਿਹਾ, ਜਿੱਥੇ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਤੇ ਫੌਜ ਦਾ ਸੰਯੁਕਤ ਨਿਯੰਤਰਣ ਸੈੱਲ ਬਣਾ ਦਿੱਤਾ ਗਿਆ ਸੀ। ਉੱਥੇ ਪੁੱਜੇ ਤਾਂ ਆਫੀਸ਼ੀਏਟਿੰਗ ਅਧਿਕਾਰੀ ਮੇਜਰ PM ਪੰਡਤ ਨੇ ਮੈਨੂੰ ਲੇਡੀ ਮੈਜਿਸਟ੍ਰੇਟ ਤੋਮਰ ਦੇ ਨਾਲ ਸ਼ਹਿਰ ਵਿੱਚ ਜਾਣ ਤੇ ਇਹਨਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਥਿਤੀ ਨੂੰ ਕਾਬੂ ਵਿੱਚ ਕਰਨ ਲਈ ਕਿਹਾ। ਮੇਰੇ ਕੋਲ ਇੱਕ ਫੌਜੀ ਟੁਕੜੀ ਸੀ ਤੇ ਅਸੀਂ ਕਿਦਵਈ ਨਗਰ ਦੇ ਵੱਲ ਚੱਲ ਪਏ। ਇੱਥੇ ਰਾਹ ਵਿੱਚ ਹੀ ਸਾਨੂੰ ਜ਼ਿਲ੍ਹਾ ਅਧਿਕਾਰੀ ਬਿਰਜੇਂਦਰ ਮਿਲ ਗਏ, ਜਿਨ੍ਹਾਂ ਨੇ ਕਿਹਾ ਕਿ ਉਹ ਨਾਲ ਚੱਲਣਗੇ। 11 ਤੋਂ 11:30 ਵਜੇ ਦੇ ਵਿਚਕਾਰ ਅਸੀਂ ਕਿਦਵਈ ਨਗਰ ਪਹੁੰਚ ਚੁੱਕੇ ਸੀ। ਮੈਂ ਇੱਥੇ ਬਹੁਤ ਭੀੜ ਵੇਖੀ।
जो कि हिंसक हुंदी नजर आ रही सी। बिरजिंदर ने सानू इत्थे आपो अपनियां गड्डियां तो उतरन लई कहा। मैं ते मेरी फौजी टुकड़ी ने फौरन पोजीशन लैनी शुरू कर दिती। ਅਸੀਂ ਮੇਨ रोड छड्ड के उस मैदान ਵੱਲ आ गए जिस ਦੇ बिल्कुल विचकार घर सन ते भीड़ ने ਉਹਨਾਂ ਨੂੰ ਘੇਰਾ ਪਾਇਆ ਹੋਇਆ ਸੀ। ਜਦੋਂ ਫੌਜ ਨੂੰ ਉੱਥੇ ਆਉਂਦਿਆਂ ਵੇਖਿਆ ਤਾਂ ਪਤਾ ਨਹੀਂ ਕਿੱਧਰੋਂ ਇੱਕ ਵਿਅਕਤੀ ਆਇਆ ਤੇ ਬੇਨਤੀ ਕਰਨ ਲੱਗਾ ਕਿ ਸਾਹਮਣੇ ਘਰਾਂ ਵਿੱਚੋਂ ਲੋਕਾਂ ਨੂੰ ਬਚਾ ਲਵੋ। ਮੈਂ ਵੇਖਿਆ ਕਿ ਤਕਰੀਬਨ 5000 ਲੋਕਾਂ ਦੀ ਭੀੜ ਰਹੀ ਹੋਵੇਗੀ। ਫਿਰ ਜ਼ਿਲ੍ਹਾ ਅਧਿਕਾਰੀ ਮੇਰੇ ਕੋਲ ਆਏ ਤੇ ਮੇਰੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ। ਉਹ ਜਾਣਨਾ ਚਾਹੁੰਦੇ ਸੀ ਕਿ ਘਰ ਦੇ ਲੋਕਾਂ ਨੂੰ ਬਚਾਉਣ ਲਈ ਅੱਗੇ ਜਾਈਏ ਜਾਂ ਨਹੀਂ। ਮੈਂ ਸਾਫ਼ ਕਿਹਾ ਕਿ ਪਹਿਲਾਂ ਇਸ ਭੀੜ ਨੂੰ ਇੱਥੋਂ ਤਿੱਤਰ ਬਿੱਤਰ ਕਰਨਾ ਹੋਵੇਗਾ। ਕਰਫਿਊ ਤਾਂ ਲੱਗਿਆ ਹੀ ਹੈ ਤੇ ਜੇਕਰ ਉਸ ਨੂੰ ਸਖਤੀ ਨਾਲ ਲਾਗੂ ਕਰ ਦਿੱਤਾ ਜਾਵੇ ਤਾਂ ਭੀੜ ਹਟ ਜਾਏਗੀ। ਜੇਕਰ ਤਿੱਤਰ ਬਿੱਤਰ ਨਾ ਹੋਈ ਤਾਂ ਘੱਟ ਤੋਂ ਘੱਟ ਇਹਨਾਂ ਘਰਾਂ ਤੋਂ 500 ਗਜ ਦੂਰ ਤਾਂ ਹੋ ਹੀ ਜਾਵੇਗੀ। ਫਿਰ ਫੌਜੀ ਟੁਕੜੀ ਫਸੇ ਹੋਏ ਲੋਕਾਂ ਦੀ ਜਾਨ ਬਚਾਉਣ ਲਈ ਘਰਾਂ ਵਿੱਚ ਚਲੀ ਜਾਏਗੀ। ਅਸਲ ਵਿੱਚ ਮੈਂ ਸਿੱਧੇ ਫੌਜੀ ਟੁਕੜੀ ਨੂੰ ਘਰਾਂ ਵੱਲ ਭੇਜ ਕੇ ਉਹਨਾਂ ਦੀ ਜਾਨ ਨੂੰ ਜੋਖਮ ਵਿੱਚ ਨਹੀਂ ਪਾਉਣਾ ਚਾਹੁੰਦਾ ਸੀ। ਫਿਰ ਜ਼ਿਲ੍ਹਾ ਅਧਿਕਾਰੀ ਮੈਨੂੰ ਛੱਡ ਕੇ ਸਿੱਧੇ ਭੀੜ ਦੇ ਕੋਲ ਚਲੇ ਗਏ ਤੇ ਉਹਨਾਂ ਨਾਲ ਗੱਲ ਕਰਨ ਲੱਗੇ। ਮੈਂ ਨਹੀਂ ਜਾਣਦਾ ਕਿ ਉਹਨਾਂ ਨਾਲ ਕੀ ਗੱਲਬਾਤ ਕੀਤੀ, ਪਰ ਇਸ ਦੇ ਬਾਅਦ ਉਹ ਪਰਤੇ ਤੇ ਪੁਲਿਸ ਨੇ ਕੁਝ ਹਵਾਈ ਫਾਇਰ ਕੀਤੇ। ਇਸ ਫਾਇਰਿੰਗ ਦਾ ਕੋਈ ਅਸਰ ਨਹੀਂ ਹੋਇਆ ਤੇ ਭੀੜ ਉੱਥੇ ਦੀ ਉੱਥੇ ਹੀ ਜੰਮੀ ਰਹੀ। ਜਦੋਂ ਭੀੜ ਨਾ ਹਟੀ ਤਾਂ ਮੈਂ FID 908 ਦੇ ਤਹਿਤ ਗੈਰ ਆਮ ਹਾਲਾਤ ਵਿੱਚ ਫੌਜੀ ਬਲ ਦੀ ਵਰਤੋਂ ਕਰਨ ਦਾ ਫਾਰਮ ਭਰ ਕੇ ਅਜਿਹਾ ਕਰਨ ਦੀ ਇਜਾਜ਼ਤ ਮੰਗੀ। ਜ਼ਿਲ੍ਹਾ ਅਧਿਕਾਰੀ ਨੇ ਇਹ ਸੁਣਦਿਆਂ ਹੀ ਫੌਜੀ ਤਾਕਤ ਦੀ ਵਰਤੋਂ ਕਰਨ ਤੋਂ ਮਨਾ ਕਰ ਦਿੱਤਾ ਤੇ ਲੇਡੀ ਮੈਜਿਸਟ੍ਰੇਟ ਨੂੰ ਵੀ ਕਿਹਾ ਦਿੱਤਾ ਕਿ ਦਸਤਖਤ ਨਹੀਂ ਕਰਨੇ ਹਨ। ਫਿਰ ਉਹਨਾਂ ਨੇ ਮੇਰੇ ਵੱਲ ਮੁਖਾਤਬ ਹੋ ਕੇ ਕਿਹਾ ਕਿ ਇੱਥੋਂ ਚਲੇ ਜਾਓ, ਅਸੀਂ ਖੁਦ ਵੇਖ ਲਵਾਂਗੇ। ਇਸ ਦੇ ਕੁਝ ਚਿਰ ਬਾਅਦ ਹੀ 2 ਘਰਾਂ ਦੇ ਲੋਕਾਂ ਨੂੰ ਮਾਰ ਦਿੱਤਾ ਗਿਆ ਅਤੇ ਭੀੜ ਨੇ ਉਹਨਾਂ ਦੀ ਸੰਪਤੀ ਲੁੱਟ ਲਈ, ਘਰ ਸਾੜ ਦਿੱਤਾ। ਮਿਸ਼ਰਾ ਕਮਿਸ਼ਨ ਨੇ ਕੈਪਟਨ ਬੇਰੇਤ ਦੀ ਗਵਾਹੀ ਨੂੰ ਸਹੀ ਮੰਨਦੇ ਹੋਏ ਬਿਰਜਿੰਦਰ ਦੇ ਖਿਲਾਫ ਰਿਟਾਇਰਡ ਜੱਜ ਤੋਂ ਜਾਂਚ ਕਰਾਉਣ ਨੂੰ ਕਿਹਾ ਸੀ, ਪਰ ਸ਼ਾਇਦ ਸੱਤਾ ਵਿੱਚ ਬੈਠੇ ਲੋਕ ਉਹਨਾਂ ਦੇ ਇਸ ਕੀਤੇ ਤੋਂ ਨਾਰਾਜ਼ ਨਹੀਂ ਬਲਕਿ ਖੁਸ਼ ਸੀ। ਬਿਰਜਿੰਦਰ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਗਏ। ਇੱਥੇ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ 5000 ਦੀ ਹਿੰਸਕ ਭੀੜ ਹੋਣ ਦੇ ਬਾਵਜੂਦ ਬਿਰਜਿੰਦਰ ਬਿਨਾਂ ਕਿਸੇ ਡਰ ਦੇ ਭੀੜ ਕੋਲ ਜਾ ਕੇ ਗੱਲਬਾਤ ਕਰਦੇ ਰਹੇ। ਕੀ ਆਪਸ ਵਿੱਚ ਪਹਿਲਾਂ ਤੋਂ ਹੀ ਕੋਈ ਸਮਝ ਨਹੀਂ ਸੀ? ਸਿਰਫ ਕਾਨਪੁਰ ਸ਼ਹਿਰ ਵਿੱਚ 200 ਤੋਂ ਵੱਧ ਸਿੱਖਾਂ ਨੂੰ ਮਾਰਿਆ ਗਿਆ ਸੀ। ਸਰਕਾਰੀ ਰਿਕਾਰਡ ਦੇ ਮੁਤਾਬਕ ਇਹ ਗਿਣਤੀ 127 ਦੀ ਹੈ। ਅਹਿਮ ਗੱਲ ਇਹ ਹੈ ਕਿ ਕਾਨਪੁਰ ਇੱਕ ਐਸਾ ਸ਼ਹਿਰ ਹੈ ਜਿੱਥੇ ਕੈਂਟ ਏਰੀਏ ਵਿੱਚ ਫੌਜ ਪਹਿਲਾਂ ਤੋਂ ਹੀ ਮੌਜੂਦ ਸੀ। ਬ੍ਰਿਗੇਡੀਅਰ PR ਕੋਹਲੀ ਦੇ ਮੁਤਾਬਕ ਉਸ ਵਕਤ ਸ਼ਹਿਰ ਵਿੱਚ ਹੀ 65 ਅਫਸਰ, 159 ਜੂਨੀਅਰ ਕਮਿਸ਼ਨਡ ਅਫਸਰ ਅਤੇ 2366 ਸੈਨਿਕ ਮੌਜੂਦ ਸਨ। ਪਰ ਨਾ ਤਾਂ ਫੌਜ ਦੀ ਵਕਤ ਸਿਰ ਵਰਤੋਂ ਕੀਤੀ ਗਈ ਅਤੇ ਨਾ ਹੀ ਬਿਰਜਿੰਦਰ ਨੇ ਧਾਰਾ 144 ਲੱਗਣ ਦਿੱਤੀ। ਜੇਕਰ ਕਰਫਿਊ ਲਾਇਆ ਵੀ ਗਿਆ ਤਾਂ ਪੁਲਿਸ ਨੇ ਉਸ ਦੀ ਸਖਤੀ ਨਾਲ ਪਾਲਣਾ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਦੇ ਬਜਾਏ ਪੁਲਿਸ ਦਾ ਰਵੱਈਆ ਦੰਗਾਈਆਂ ਨਾਲ ਹਮਦਰਦੀ ਵਾਲਾ ਸੀ। ਰੰਗਨਾਥ ਮਿਸ਼ਰਾ ਕਮਿਸ਼ਨ ਨੇ ਇਸ ਗੱਲ ਤੇ ਹੈਰਾਨੀ ਪ੍ਰਗਟਾਈ ਕਿ ਜਦ ਫੌਜ ਪਹਿਲਾਂ ਤੋਂ ਹੀ ਮੌਜੂਦ ਸੀ ਤਾਂ ਉਸ ਨੂੰ 31 ਅਕਤੂਬਰ ਦੀ ਰਾਤ ਨੂੰ ਹੀ ਕਿਉਂ ਨਹੀਂ ਲਾਇਆ ਗਿਆ। ਜੇਕਰ ਫੌਜ ਭੇਜੀ ਵੀ ਗਈ ਤਾਂ ਉਸ ਨੂੰ ਤਾਕਤ ਦੀ ਵਰਤੋਂ ਨਹੀਂ ਕਰਨ ਦਿੱਤੀ। ਕੋਲਕਾਤਾ ਵਿੱਚ 31 ਅਕਤੂਬਰ ਨੂੰ ਹੀ ਫੌਜ ਲਗਾਏ ਜਾਣ ਨਾਲ ਉੱਥੇ ਕਤਲੇਆਮ ਨਹੀਂ ਹੋ ਸਕਿਆ ਸੀ। ਬ੍ਰਿਗੇਡੀਅਰ ਕੋਹਲੀ ਦਾ ਕਹਿਣਾ ਹੈ ਕਿ ਉਹਨਾਂ ਨੇ
ਫਲੈਗ ਮਾਰਚ ਕੀਤਾ ਤੇ ਗਸ਼ਤ ਵੀ ਕੀਤੀ, ਪਰ ਦੰਗਾਈਆਂ ਦੇ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ। ਫੌਜ ਮੈਜਿਸਟ੍ਰੇਟ ਤੋਂ ਇਜਾਜ਼ਤ ਲਏ ਬਗੈਰ ਕਾਰਵਾਈ ਨਹੀਂ ਕਰ ਸਕਦੀ ਸੀ। ਪ੍ਰਸ਼ਾਸਨਿਕ ਅਧਿਕਾਰੀ ਕੀ ਕਰ ਰਹੇ ਸਨ, ਇਸ ਦਾ ਖੁਲਾਸਾ ਕਰਦੇ ਹੋਏ ਪਾਂਡੂ ਨਗਰ ਦੇ ਵਿਨੋਦ ਕੁਮਾਰ ਸੋਂਧੀ ਨੇ ਦੱਸਿਆ ਕਿ ਉਸ ਵਕਤ ਉਹ ਪਨਕੀ ਵਿੱਚ IEC ਕੰਪਨੀ ਵਿੱਚ ਇੰਜੀਨੀਅਰ ਸੀ। ਉਹ ਕੰਮ ਤੋਂ ਘਰ ਪਰਤੇ ਤਾਂ ਵੇਖਿਆ ਕਿ ਉਹਨਾਂ ਦਾ ਮਕਾਨ ਮਾਲਕ, ਜੋ ਕਿ ਇੱਕ ਸਿੱਖ ਸੀ, ਉਹਨਾਂ ਦੇ ਘਰ ਤੇ ਦੰਗਾਈਆਂ ਨੇ ਘੇਰਾ ਪਾਇਆ ਹੋਇਆ ਸੀ। ਕੋਲ ਹੀ ਪੁਲਿਸ ਖੜੀ ਸੀ ਤੇ ਸਿਟੀ ਮੈਜਿਸਟ੍ਰੇਟ ਗੁਪਤਾ ਵੀ, ਪਰ ਇਹ ਭੀੜ ਨੂੰ ਹਟਾਉਣ ਜਾਂ ਘਰ ਨੂੰ ਬਚਾਉਣ ਲਈ ਕੁਝ ਨਹੀਂ ਕਰ ਰਹੇ ਸੀ। ਹੋਰ ਤਾਂ ਹੋਰ ਨੇੜੇ ਹੀ ਆਪਣੀ ਫੌਜੀ ਟੁਕੜੀ ਦੇ ਨਾਲ ਖੜੇ ਮਰਾਠਾ ਰੈਜੀਮੈਂਟ ਦੇ ਮੇਜਰ ਨਾਇਰ ਵੀ ਹੱਥ ਤੇ ਹੱਥ ਰੱਖੇ ਬੈਠੇ ਸੀ। ਉਹ ਸਿਟੀ ਮੈਜਿਸਟ੍ਰੇਟ ਕੋਲ ਗਿਆ ਤੇ ਬੇਨਤੀ ਕੀਤੀ ਕਿ ਘਰ ਨੂੰ ਬਚਾਇਆ ਜਾਏ। ਜਵਾਬ ਮਿਲਿਆ, ਸ਼ੁਕਰ ਕਰੋ ਕਿ ਤੁਸੀਂ ਬਚ ਗਏ ਹੋ। ਹੁਣ ਮੇਜਰ ਨਾਇਰ ਨੂੰ ਮਦਦ ਕਰਨ ਲਈ ਕਿਹਾ ਤਾਂ ਉਹਨਾਂ ਨੇ ਮਜਬੂਰੀ ਦਰਸਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਸਿਰਫ ਫਲੈਗ ਮਾਰਚ ਕਰਨ ਦਾ ਹੀ ਹੁਕਮ ਮਿਲਿਆ ਹੈ, ਦੰਗਾਈਆਂ ਦੇ ਖਿਲਾਫ ਕਾਰਵਾਈ ਕਰਨ ਦਾ ਨਹੀਂ। ਇੱਥੋਂ ਤੱਕ ਕਿ ਉਹ ਪ੍ਰਸ਼ਾਸਕੀ ਹੁਕਮ ਤੋਂ ਬਿਨਾਂ ਆਪਣੀ ਗੱਡੀ ਤੋਂ ਉਤਰ ਵੀ ਨਹੀਂ ਸਕਦੇ। ਫਿਰ ਉਸ ਨੂੰ ਕੁਝ ਨਹੀਂ ਸੁੱਝਾ ਤੇ ਉਹ ਘਰ ਦੇ ਵੱਲ ਭੱਜਿਆ ਤੇ ਭੀੜ ਨੂੰ ਕਹਿਣ ਲੱਗਾ, ਪੁਲਿਸ ਆ ਗਈ, ਪੁਲਿਸ ਆ ਗਈ, ਗੋਲੀ ਚਲਾਉਣ ਵਾਲੀ ਹੈ, ਭੱਜੋ। ਉਸ ਦਾ ਸਿਰਫ ਇੰਨਾ ਕਹਿਣ ਦਾ ਹੀ ਜਾਦੂਈ ਅਸਰ ਹੋਇਆ ਤੇ ਭੀੜ ਉਥੋਂ ਤਿੱਤਰ ਬਿੱਤਰ ਹੋ ਗਈ। ਜ਼ਾਹਰ ਹੈ ਕਿ ਜੇਕਰ ਪੁਲਿਸ ਤੇ ਗੋਲੀ ਦਾ ਡਰ ਦੇਣ ਤੇ ਹੀ ਭੀੜ ਭੱਜ ਗਈ, ਤਾਂ ਜੇਕਰ ਪੁਲਿਸ ਤੇ ਪ੍ਰਸ਼ਾਸਨ ਨੇ ਥੋੜਾ ਵੀ ਕਦਮ ਚੁੱਕਿਆ ਹੁੰਦਾ ਤਾਂ ਸੈਂਕੜਿਆਂ ਲੋਕਾਂ ਦੀ ਜਾਨ, ਮਾਲ ਤੇ ਅਸਬਾਬ ਬਚ ਜਾਂਦਾ। ਆਪਣੇ ਪਰਿਵਾਰ ਨੂੰ ਕਤਲੇਆਮ ਵਿੱਚ ਗੁਆਉਣ ਵਾਲੇ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹਾ ਅਧਿਕਾਰੀ ਬਿਰਜਿੰਦਰ ਪੂਰੀ ਤਰ੍ਹਾਂ ਨਾਲ ਦੰਗਾਈਆਂ ਦੇ ਨਾਲ ਮਿਲਿਆ ਹੋਇਆ ਸੀ। ਜਾਂਚ ਕਮਿਸ਼ਨ ਵਿੱਚ ਦਿੱਤੇ ਹਲਫਨਾਮੇ ਵਿੱਚ ਉਹਨਾਂ ਨੇ ਆਰੋਪ ਲਾਇਆ ਹੈ ਕਿ ਬਰਜਿੰਦਰ ਸਿੱਖਾਂ ਦੇ ਨਾਲ ਵੈਰ ਭਾਵ ਰੱਖਦਾ ਸੀ। ਕਾਨਪੁਰ ਵਿੱਚ ਸਿੱਖਾਂ ਦੇ ਲਈ ਲੋਕਾਂ ਨੂੰ ਹਮਦਰਦੀ ਨਾ ਹੋ ਜਾਵੇ, ਇਸ ਲਈ ਜਾਣ ਬੁੱਝ ਕੇ ਝੂਠੀ ਅਫਵਾਹ ਫੈਲਾ ਦਿੱਤੀ ਗਈ ਕਿ ਸਿੱਖ ਫੌਜੀਆਂ ਨੇ ਕੈਂਟ ਇਲਾਕੇ ਤੋਂ ਨਿਕਲ ਕੇ ਨੇੜੇ ਦੇ ਪਿੰਡ ਵਿੱਚ ਹਿੰਦੂਆਂ ਨੂੰ ਗੋਲੀ ਮਾਰ ਦਿੱਤੀ ਹੈ। ਰਤਨ ਲਾਲ ਨਗਰ ਦੇ ਨੇੜੇ ਦਾਮੋਲੀ ਵਿੱਚ ਆਪਣੇ ਪਰਿਵਾਰ ਦੇ 7 ਜੀਆਂ ਨੂੰ ਗਵਾਉਣ ਵਾਲੇ ਅਵਤਾਰ ਸਿੰਘ ਜਦੋਂ ਵੀ ਉਸ ਕਤਲੇਆਮ ਨੂੰ ਚੇਤੇ ਕਰਦੇ ਹਨ ਤਾਂ ਅੰਦਰ ਪੀੜਾ ਦਾ ਲਾਵਾ ਉਬਾਲ ਮਾਰਨ ਲੱਗਦਾ ਹੈ। ਉਹਨਾਂ ਦੇ ਪਿਤਾ ਵਿਸਾਖਾ ਸਿੰਘ, ਮਾਂ ਸਵਰਨ ਕੌਰ, ਭਰਾ ਜਤਿੰਦਰ ਸਿੰਘ, ਗੁਰਚਰਨ ਸਿੰਘ, ਛਤਰਪਾਲ ਸਿੰਘ, ਗੁਰਮੁਖ ਸਿੰਘ ਤੇ ਭੈਣ ਗੁਰਬਚਨ ਕੌਰ ਨੂੰ ਭੀੜ ਨੇ ਪਹਿਲਾਂ ਕੁੱਟ-ਕੁੱਟ ਕੇ ਅੱਧ-ਮਰਾ ਕਰ ਦਿੱਤਾ ਅਤੇ ਫਿਰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਹਨਾਂ ਨੇ ਮੈਨੂੰ ਦੱਸਿਆ, ਸਾਨੂੰ ਤਾਂ ਅੰਦਾਜ਼ਾ ਹੀ ਨਹੀਂ ਸੀ ਕਿ ਅਜਿਹਾ ਕੁਝ ਹੋਣ ਜਾ ਰਿਹਾ ਹੈ। 31 ਅਕਤੂਬਰ ਦੀ ਰਾਤ ਅਸੀਂ ਆਰਾਮ ਨਾਲ ਸੁੱਤੇ ਤੇ ਸਵੇਰੇ ਦੁੱਧ ਵਗੈਰਾ ਲੈ ਕੇ ਆਏ, ਫਿਰ ਨਾਸ਼ਤਾ ਕੀਤਾ, ਪਰ 1 ਨਵੰਬਰ ਨੂੰ ਸਵੇਰੇ 8 ਵਜੇ ਹੀ ਪਤਾ ਨਹੀਂ ਕਿੱਥੋਂ ਦੰਗਾਈਆਂ ਦਾ ਹਜੂਮ ਆ ਗਿਆ। ਅਸੀਂ ਉਹਨਾਂ ਦਾ ਮੁਕਾਬਲਾ ਕਰਨ ਦਾ ਫੈਸਲਾ ਕਰ ਲਿਆ। ਸੋਚਿਆ ਕਿ ਮੁਕਾਬਲਾ ਕਰਦੇ ਹਾਂ ਤਾਂ ਤੱਕ ਪੁਲਿਸ ਆ ਜਾਵੇਗੀ, ਪਰ ਕੀ ਪਤਾ ਸੀ ਕਿ ਕੋਈ ਬਚਾਉਣ ਨਹੀਂ ਆਵੇਗਾ। ਪੁਲਿਸ ਖੁਦ ਇਹਨਾਂ ਦੇ ਨਾਲ ਮਿਲੀ ਹੋਈ ਹੈ। ਇਹਨਾਂ ਲੋਕਾਂ ਨੇ ਜਦੋਂ ਮੁਕਾਬਲਾ ਹੁੰਦਾ ਵੇਖਿਆ ਤਾਂ ਘਰ ਵਿੱਚ ਅੱਗ ਦੇ ਗੋਲੇ ਬਣਾ ਕੇ ਸੁੱਟਣੇ ਸ਼ੁਰੂ ਕਰ ਦਿੱਤੇ। ਫਿਰ ਘਰ ਵਿੱਚ ਅੱਗ ਲੱਗ ਗਈ ਤੇ ਧੂਆਂ ਭਰਨ ਲੱਗਾ। ਦਮ ਘੁੱਟ ਰਿਹਾ ਸੀ। ਸੋਚਿਆ ਕਿ ਇਸ ਤਰ੍ਹਾਂ ਮਰਨ ਤੋਂ ਚੰਗਾ ਤਾਂ ਲੜ ਕੇ ਮਰਨਾ ਠੀਕ ਹੈ। ਵੱਡਾ ਭਰਾ ਬਾਹਰ ਨਿਕਲਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਕੁਝ ਦੂਰ ਹੀ ਭੱਜਿਆ ਸੀ ਕਿ ਭੀੜ ਨੇ ਉਸ ਨੂੰ ਫੜ ਕੇ ਡਾਂਗਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਇਸ ਦੇ ਬਾਅਦ ਦੂਜੇ ਭਰਾ ਨਾਲ ਵੀ ਐਸਾ ਹੀ ਹੋਇਆ।
ਮਾਂ ਪਿਓ ਘਰ ਦੇ ਦਰਵਾਜ਼ੇ ਤੇ ਹੀ ਮਾਰੇ ਗਏ। ਇਸ ਤੋਂ ਪਹਿਲਾਂ ਪਿਤਾ ਜੀ ਨੇ ਮੈਨੂੰ ਕਿਰਪਾਨ ਦੇ ਕੇ ਭੱਜਣ ਲਈ ਕਿਹਾ ਸੀ। ਮੇਰੇ ਹੱਥ ਵਿੱਚ ਕਿਰਪਾਨ ਸੀ, ਇਸ ਲਈ ਭੀੜ ਡਰ ਕੇ ਥੋੜਾ ਪਿੱਛੇ ਹਟ ਗਈ ਤੇ ਮੈਂ ਥਾਣੇ ਦੇ ਵੱਲ ਭੱਜਾ। ਥਾਣੇ ਪਹੁੰਚਿਆ ਤਾਂ ਪੁਲਿਸ ਵਾਲਿਆਂ ਨੇ ਮੈਨੂੰ ਬਚਾਉਣ ਦੀ ਬਜਾਏ ਕਿਰਪਾਨ ਖਿੱਚ ਲਈ। ਫਿਰ ਗਾਲਾਂ ਕੱਢਦਿਆਂ ਕਿਹਾ ਕਿ ਇੱਥੋਂ ਭੱਜ ਜਾਓ। ਹੁਣ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਸੀ। ਨੇੜੇ ਹੀ ਇੱਕ ਖੰਡਰ ਮਕਾਨ ਵੇਖਿਆ ਤਾਂ ਉਸ ਵਿੱਚ ਚਲਿਆ ਗਿਆ। ਸੋਚਿਆ ਕਿ ਰੱਬ ਚਾਹੇਗਾ ਤਾਂ ਬਚ ਜਾਵਾਂਗਾ। ਕਿਸਮਤ ਨਾਲ ਭੀੜ ਨੂੰ ਇਸ ਥਾਂ ਬਾਰੇ ਪਤਾ ਨਹੀਂ ਲੱਗਾ ਤੇ ਮੈਂ ਬਚ ਗਿਆ, ਪਰ ਮੇਰਾ ਪਰਿਵਾਰ ਖਤਮ ਹੋ ਚੁੱਕਾ ਸੀ। ਬਾਅਦ ਵਿੱਚ FIR ਲਿਖਵਾਈ, ਪਰ ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ। ਘਰ ਦੇ 7 ਜੀ ਚਲੇ ਗਏ, ਪਰ ਨਾ ਕੋਈ ਕੇਸ ਚੱਲਿਆ ਤੇ ਨਾ ਹੀ ਕਦੇ ਗਵਾਹੀ ਹੋਈ। ਮਾਰੇ ਗਏ 3 ਭਰਾ ਤੇ ਇੱਕ ਭੈਣ ਵਿਆਹੇ ਹੋਏ ਸੀ। ਬਾਅਦ ਵਿੱਚ ਇਹਨਾਂ ਦੇ ਬੱਚੇ ਤੇ ਪਰਿਵਾਰ ਨੂੰ ਜਿਵੇਂ ਤਿਵੇਂ ਪਾਲਿਆ, ਪਰ ਸਾਡੇ ਨਾਲ ਜੋ ਇਹ ਅਨਿਆਂ ਹੋਇਆ ਹੈ ਉਸ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ। ਕਹਿਣ ਨੂੰ ਤਾਂ ਦਿੱਲੀ ਵਿੱਚ ਫੌਜ 1 ਨਵੰਬਰ ਨੂੰ ਲਾ ਦਿੱਤੀ ਗਈ ਸੀ, ਪਰ ਉਸ ਨੂੰ 3 ਨਵੰਬਰ ਦੀ ਸ਼ਾਮ ਤੋਂ ਪਹਿਲਾਂ ਕਾਰਵਾਈ ਕਰਨ ਦਾ ਹੁਕਮ ਨਹੀਂ ਦਿੱਤੇ ਗਏ। ਰੰਗਨਾਥ ਮਿਸ਼ਰਾ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਵਿੱਚ ਅਵਤਾਰ ਸਿੰਘ ਵੀਰ, ਜੋ ਕਿ ਕਰੋਲ ਬਾਗ ਰਹਿੰਦੇ ਸੀ, ਉਹਨਾਂ ਨੇ ਉਸ ਵਕਤ ਦੇ ਦਿੱਲੀ ਕੈਂਟ ਏਰੀਆ ਦੇ ਜਨਰਲ ਅਫਸਰ ਕਮਾਂਡਿੰਗ GOC ਮੇਜਰ ਜਨਰਲ ਜਾਮਵਾਲ ਦੇ ਨਾਲ 2 ਨਵੰਬਰ ਨੂੰ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਫੌਜ ਨੂੰ ਕਾਰਵਾਈ ਕਰਨ ਦੇ ਹੁਕਮ ਨਹੀਂ ਦਿੱਤੇ ਗਏ ਹਨ ਤੇ ਲਿਖਤ ਹੁਕਮਾਂ ਦੇ ਬਿਨਾਂ ਉਹ ਕੁਝ ਨਹੀਂ ਕਰ ਸਕਦੇ। ਵਾਕਈ ਹੁਕਮ ਮਿਲਣ ਉੱਤੇ ਹਰਮੰਦਰ ਸਾਹਿਬ ਤੇ ਹਮਲਾ ਬੋਲਣ ਵਾਲੀ ਫੌਜ ਨੇ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਬਚਾਉਣ ਲਈ ਇੱਕ ਗੋਲੀ ਤੱਕ ਨਹੀਂ ਚਲਾਈ। ਪੁਸਤਕ 1984 ਸਿੱਖ ਕਤਲੇਆਮ ਦਾ ਸੱਚ, ਲੇਖਕ ਜਰਨੈਲ ਸਿੰਘ ਪੱਤਰਕਾਰ ਦਿੱਲੀ, ਆਵਾਜ਼ ਸੰਦੀਪ ਸਿੰਘ ਖਾਲੜਾ, ਭਾਗ 5। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।